वाहिगुरु जी का खालसा वाहिगुरु जी की फतेह। दसां सतगुरां दे हाजरा हजूर स्वरूप गुरु ग्रंथ साहिब सच्चे पातशाह जी दी पावन हजूरी विच जुड़ बैठ करके संध्या दे दीवाना दा आप जी आनंद माण रहे हो। जिन्ना समा गुरु पातशाह जी बख्शिश करते ने सफला बनाउण दा यतन करिए। सतगुरां दी पावन अगमी कथा विचों आप जी ने सरवण कीता। किवें किवें भाई मरदाना जी ने काबा शरीफ दे दर्शन दीदार कीते। किवें मुल्ला जीवन ने गुरु नानक पातशाह जी दे नाल माड़ा व्यवहार कीता। बुरे शब्द बोले ने, टंगों पकड़ घसीटिया। फिरिया मक्का कला दिखारी। जदों सतगुरां नूं कहंदा ओए काफरा तू रब घर वल पैर करके पिया, गुरु साहब कहते जिधर तेरे रब दा घर नहीं उधर कर दे। गुस्से विच आके सतगुरां दे चरण चारे दिशावां च जिधर जिधर घुमाउंदा है, खाना काबा उसे दिशा घुमदा है। रौला पाया तुसी मुसलमान नहीं हो सकते क्योंकि खुदा दे घर वल पैर कीते आ। मुसलमान नहीं हो सकते तुसी पक्के। सवेर दी नमाज दे समय तुसी लम्मियां तान के सुते हो। पैगंबर नूं नहीं मनदे, बड़ा कुछ बोलिया जी, ऊल जलूल जिन्ना तो बग होया। गुस्से क्रोध हंकार विच उहने बोलिया, पर गुरु नानक साहब सच्चे पातशाह ने एक भी शब्द बुरा नहीं आखे। इन्हां सारे प्रकरणां नूं आप जी ने बड़े विस्तार सहित सरवण कीता है। मक्के दी जिन्नी भी कथा सी, सिख धर्म के मुताबक, हिंदूज़म के मुताबक ते इस्लाम के मुताबक आप जी ने सारी सरवण की है। आओ कुछ समा मन चित बिरतियां नूं एकाग्रचित बनाइए, पाओ प्रेम दी सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सवैया और भई अवताही को, बोलते आवत भी पुण्य और मौलाने। महाकवि भाई संतोख सिंह इस पावन कथा नूं समुचियां संगतां ते मानवता दे वास्ते लिख रहे ने। पर उस दौर दे विच भाई बाला जी गुरु अंगद दे पातशाह जी नूं साक्षात खडूर साहिब दी धरती ते बैठ के संगत विच सुना रहे ने। जिस वेले जीवन मुल्ला ने गुरु नानक साहब सच्चे पातशाह जी दे चरनां नूं फड़ के चारे दिशावां च घुमाया ते काबा घुमदा रहा, इन्ने नूं सूरज दी टिक्की चढ़ी, लोकां दा इकट्ठ होया है। मुल्ला जीवन ने जो कुछ बोलिया गया अजे तक भी बोलिया है, क्योंकि उन्होंने क्लैरिफिकेशन नहीं भी ये हिंदू ने या मुसलमान ने। उते लिबास वेख वेख भरमी जाता है, भटकी जाता है, लोगों का इकट्ठ बड़ा हो गया।
ਆਖਦਾ ਕਾਫਰੋ ਤੁਸੀਂ ਇਸ ਜੂਹ ਤੋਂ ਬਾਹਰ ਚਲੇ ਜਾਓ ਮੱਕੇ ਦੀ। ਜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ, ਜੇ ਕੋਈ ਅੜਬ ਸੁਭਾਅ ਦਾ ਮਨੁੱਖ ਆ ਗਿਆ ਨਾ, ਸਜ਼ਾਏ ਮੌਤ ਦੇਵੇਗਾ। ਭਿਖ ਢੋਲ ਰਿਆਨ ਸਥਾਨ ਪਇਓ, ਕੇ ਕਾਰਨ ਤੇ ਔਰ ਮੈਂ ਬਿਸਮਾਨੇ। ਹੁਣ ਜਿਉਂ ਦਿਨ ਚੜਿਆ, ਇਸਲਾਮ ਦੇ ਵੱਡੇ ਵੱਡੇ ਮੁੱਲਾਂ ਲੋਕ, ਹਾਜੀ ਲੋਕ ਜਦੋਂ ਖਾਨਾ ਕਾਬਾ ਦੇ ਦਰਸ਼ਨ ਕਰਨ ਵਾਸਤੇ ਆਏ, ਜਿਸ ਵੇਲੇ ਉਹ ਕੰਪਲੈਕਸ ਵਿੱਚ ਬੜੇ ਅੰਦਰ ਆਏ, ਉਹ ਹੈਰਾਨ ਸਨ ਵੀ ਕਾਬਾ ਸ਼ਰੀਫ ਆਪਣੀ ਥਾਂ ਤੋਂ ਖਿਸਕੇ ਹੋਏ ਨੇ। ਹੈਰਾਨੀ ਹੋਈ, ਅਚਰਜਤਾ ਹੋਈ। ਜਦੋਂ ਮੁੱਲਾ ਬੜਿਆਂ ਨੂੰ ਪੁੱਛਦੇ ਨੇ, ਕੋਈ ਗੱਲ ਸਮਝ ਹੀ ਨਹੀਂ ਆਉਂਦੀ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਕਿਉਂਕਿ ਕਲੀਅਰ ਨਹੀਂ ਹੈ। ਇਹ ਘਟਨਾ ਵਾਪਰੀ ਸੀ ਮੁਸਾਫਰਖਾਨੇ ਵਾਲੇ ਪਾਸੇ, ਜਿੱਥੇ ਮੁੱਲਾ ਜੀਵਨ ਇਸ ਕਰਕੇ ਨਾਮ ਹੈ ਕਿਉਂਕਿ ਹਿੰਦੁਸਤਾਨ ਦਾ ਰਹਿਣ ਵਾਲਾ ਸੀ, ਇਸਲਾਮ ਕਬੂਲ ਕੀਤਾ ਤੇ ਸਾਰੀ ਜ਼ਿੰਦਗੀ ਉਸ ਧਰਤੀ ਤੇ ਸੇਵਾ ਕਰਦਾ ਰਿਹਾ, ਜਿਹਨੂੰ ਜਿਉਣ ਵੀ ਕਹਿੰਦੇ। ਇੱਧਰ ਤੇ ਰੌਲਾ ਚੱਲਦਾ ਸੀ, ਲੜਾਈ ਝਗੜਾ, ਗੁਰੂ ਸਾਹਿਬ ਨੂੰ ਮੰਦੇ ਚੰਗੇ ਬੋਲਦਾ ਏ। ਉਧਰ ਮੁੱਲਾ ਲੋਕ ਹੈਰਾਨ, ਕਹਿੰਦੇ ਕਾਬੇ ਦੀ ਚਾਰ ਦੀਵਾਰੀ ਵੇਖਦੇ ਕਿ ਤੂੰ ਹਿੱਲੀ ਨਹੀਂ, ਪਰ ਖਾਨਾ ਕਾਬਾ ਆਪਣੀ ਥਾਂ ਤੇ ਨਹੀਂ ਹੈ। ਮਿਲ ਬ੍ਰਿੰਦ ਭਏ ਇਕ ਠੋਰ ਸਭੈ, ਤਬ ਜੀਵਨ ਜੈ ਕੈ ਬੈਨ ਬਖਾਨੇ। ਜਦੋਂ ਮੁੱਲਾ ਲੋਕ ਇਕੱਠੇ ਹੋ ਕੇ ਬੈਠੇ ਨੇ, ਇਸ ਗੱਲ ਤੇ ਚਰਚਾ ਕਰਦੇ ਨੇ ਵੀ ਇਹ ਹੋਇਆ ਤੇ ਹੋਇਆ ਕਿਵੇਂ। ਆਖਰ ਧਾਰਮਿਕ ਸਥਾਨ ਹੈ, ਪਾਕ ਪਵਿੱਤਰ ਜਗ੍ਹਾ ਹੈ, ਇਹ ਤੇ ਕੋਈ ਚਮਤਕਾਰ ਹੈ ਅੱਲਾ ਦਾ। ਐਨੇ ਨੂੰ ਜੀਵਨ ਨੂੰ ਪਤਾ ਲੱਗਾ ਵੀ ਵੱਡੇ ਵੱਡੇ ਮੌਲਵੀ ਸਾਹਿਬ ਆ ਗਏ ਆ, ਕਾਜੀ ਵੀ ਆਏ ਆ। ਉਹ ਆਪਣੀ ਤਰਫੋਂ ਚੱਲੇ ਆ ਸ਼ਿਕਾਇਤ ਲਾਉਣ ਵਾਸਤੇ ਵੀ ਆ ਤੇ ਢੀਠ ਹੀ ਬਹੁਤ ਨੇ, ਉੱਠਦੇ ਹੀ ਨਹੀਂ ਇੱਥੋਂ। ਇਹ ਤਿੰਨ ਕਾਫਰ ਆਏ ਨੇ, ਹੈ ਕਰਾਮਾਤੀ ਨੇ, ਚਮਤਕਾਰ ਵਿਖਾਉਂਦੇ ਨੇ, ਪਰ ਇਹਨਾਂ ਨੇ ਇਹ ਨਹੀਂ ਪਤਾ ਵੀ ਇਸਲਾਮ ਕਬੂਲਿਆ ਹੋਇਆ ਹੈ ਜਾਂ ਸਨਾਤਨ ਮਤ ਨਾਲ ਜੁੜੇ। ਆਪਣੇ ਵੱਲੋਂ ਬਹਿਸਬਾਜ਼ੀ ਕਰਦਾ ਕਰਦਾ ਸ਼ਿਕਾਇਤ ਲਾਉਣ ਵਾਸਤੇ ਉਸ ਤਰਫ ਵਧੇ ਹੈ ਜਿੱਥੇ ਮੁੱਲਾ ਬੈਠੇ ਨੇ। ਇੱਕ ਕਾਫਰ ਲੈਣ ਹੁਸੈਨ ਕੀਏ, ਪਗ ਕਾਬੇ ਦਿਸ਼ਾ ਆਪਣੇ ਠਹਿਰਾਨੇ। ਜੀਵਨ ਨੇ ਆ ਕਰਕੇ ਉਹਨਾਂ ਮੁੱਲਿਆਂ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਹੈ, ਕਿਉਂਕਿ ਇਹ ਉਸ ਵੇਲੇ ਦਾ ਗਵਾਹ ਹੈ। ਉਹਨੂੰ ਕਹਿੰਦੇ ਸ਼ਹਾਦਤ। ਅੱਜ ਵੀ ਪੁਲਿਸ ਵਾਲੇ ਪਲ ਵੀਰ ਜਦ ਕਿਸੇ ਗਵਾਹੀ ਤੇ ਜਾਂਦੇ ਨੇ, ਉਹਨਾਂ ਦੀ ਬੋਲੀ 'ਚ ਸ਼ਬਦ ਵਰਤਿਆ ਜਾਂਦਾ ਹੈ ਸ਼ਹਾਦਤ ਤੇ ਚੱਲਿਆ, ਕੋਟ ਗਿਆ। ਤੇ ਇਹ ਸ਼ਬਦ ਅਰਬੀ ਭਾਸ਼ਾ ਦਾ ਹੈ, ਭਾਵ ਗਵਾਹੀ ਦੇਣ ਆਇਆ, ਸ਼ਹਾਦਤ ਦੇਣ ਆਇਆ। ਆ ਕੇ ਕਹਿਣ ਲੱਗਿਆ ਜੀ, ਜਦੋਂ ਨਾ ਪੁੱਛਿਆ ਵੀ ਸਵੇਰ ਵੇਲੇ ਤੂੰ ਆਇਆ ਸੀ ਕੀ ਵੇਖਿਆ, ਕਿਉਂਕਿ ਰੌਲਾ ਤੇਰਾ ਸੁਣਿਆ ਜਾਂਦਾ ਹੈ। ਕਹਿੰਦਾ ਜੀ ਮੈਂ ਵੱਢਣੀ ਲਾਉਂਦਾ ਸੀ, ਵੱਢਣੀ ਨਾ ਮੈਂ ਬੌਕਰ ਦਾ ਝਾੜੂ ਦਾ। ਸਵੇਰੇ ਸਵੇਰੇ ਕੋਈ ਵੀ ਧਾਰਮਿਕ ਥਾਂ ਹੋਵੇ, ਸੇਵਾ ਤਾਰ ਦਿੰਦੀ ਹੈ ਜੇ ਭਾਵਨਾ ਨਾਲ ਕੀਤੀ ਹੋਵੇ। ਜਿਸ ਵੇਲੇ ਮੈਂ ਝਾੜੂ ਲਾਇਆ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਨਮਾਜ਼ ਅਦਾ ਹੋਣੀ ਸੀ। ਕਹਿੰਦੇ ਤਿੰਨ ਕਾਫਰ ਸੀ। ਕਾਫਰ ਕਿਹਨੂੰ ਕਹਿੰਦੇ ਆ? ਜੋ ਕੁਫਰ ਬੋਲੇ, ਝੂਠ ਬੋਲੇ। ਇਸਲਾਮ ਦੇ ਲੋਕ ਮੁਸਲਮਾਨ ਤੋਂ ਇਲਾਵਾ ਕੋਈ ਗੈਰ ਮੁਸਲਮਾਨ ਉਹਨੂੰ ਕਾਫਰ ਕਹਿੰਦੇ। ਪਿੱਛੇ ਵੀ ਬੇਨਤੀ ਕੀਤੀ ਵੀ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਵੀ ਇਹ ਪਾਪੀ ਹੈ। ਕਹਿੰਦੇ ਜੀ ਤਿੰਨ ਕਾਫਰ ਆਏ ਨੇ ਰਸੂਲ ਦੇ ਘਰ ਵੱਲ, ਖਾਨਾ ਕਾਬਾ ਕਹਿੰਦੇ ਜਿਹਨੂੰ, ਪਵਿੱਤਰ ਥਾਂ। ਇਹ ਪੈਰ ਕਰਕੇ ਪਏ ਸੀ, ਮੈਂ ਇਹਨਾਂ ਨੂੰ ਉਠਾਇਆ, ਲੱਤ ਵੀ ਮਾਰੀ, ਉੱਠੇ ਨਹੀਂ। ਗੁੱਸੇ ਵਿੱਚ ਆ ਕੇ ਮੈਂ ਉਹਨਾਂ ਦੇ ਟੰਗਾਂ ਨੂੰ ਫੜਿਆ, ਪੈਰਾਂ ਨੂੰ ਫੜਿਆ, ਘੜੀਸਿਆ। ਕਹਿੰਦੇ ਸਮਝ ਤੋਂ ਬਾਹਰ ਹੈ, ਜਿਉਂ-ਜਿਉਂ ਮੈਂ ਕਾਫਰਾਂ ਦੇ ਪੈਰ ਫੜ ਕੇ ਘਮਾਉਂਦਾ ਸੀ, ਤਿਉਂ-ਤਿਉਂ ਕਾਬਾ ਸ਼ਰੀਫ ਆਪਣੀ ਥਾਂ ਤੋਂ ਘੁੰਮਦਾ ਸੀ। ਸਵਈਆ ਮੈਂ ਬੋ ਬਾਰ ਹਟਾਏ ਰਹਿਓ, ਜਬ ਮਾਨੇ ਨਾ ਬੈਨ ਗਹੀ ਪਗ ਦੋ। ਪਰ ਇਹ ਪੈਰ ਫੜਨ ਤੋਂ ਪਹਿਲਾਂ ਮੈਂ ਬੜੀ ਵਾਰ ਉਹਨਾਂ ਨੂੰ ਮਨਾਇਆ ਵੀ ਤੁਸੀਂ ਇਸ ਹਦੂਦ ਤੋਂ ਬਾਹਰ ਚਲੇ ਜਾਓ। ਕਹਿੰਦੇ ਉਹ ਤੇ ਬੜੇ ਢੀਠ ਹੋ ਕੇ ਪਏ ਸੀ, ਕਹਿੰਦੇ ਥੱਕ ਕੇ ਆਏ ਹੋਏ ਆ। ਮੇਰਾ ਫੈਸਲਾ ਇਹ ਸੀ, ਜਦੋਂ ਮੈਂ ਵੇਖਿਆ ਮੈਂ ਖਿੱਚ ਗਿਆ ਵੀ ਜਿਹੜੇ ਖੁਦਾ ਦੇ ਘਰ ਆ ਕੇ ਖੁਦਾ ਦਾ ਸਤਿਕਾਰ ਨਹੀਂ ਕਰ ਸਕਦੇ, ਕਰਨਗੇ, ਕਿਉਂਕਿ ਉਹ ਹੈ ਤੇ ਆਪਣੇ ਧਰਮ 'ਚ ਪੱਕਾ। ਇਹ ਬੜੀ ਚੰਗੀ ਗੱਲ ਹੈ, ਕੱਟੜ ਹੈ, ਪਰ ਧਰਮ ਕਦੇ ਨਹੀਂ ਸਿਖਾਉਂਦਾ ਅੰਦਰ ਸਾੜਾ ਰੱਖੋ, ਅੰਦਰ ਈਰਖਾ ਰੱਖੋ, ਅੰਦਰ ਵੈਰ ਰੱਖੋ। ਜੇ ਧਰਮ ਦੇ ਘਰ ਆ ਕੇ ਬੰਦੇ ਵਿੱਚੋਂ ਹਉਮੈ ਨਹੀਂ ਗਈ, ਹੰਕਾਰ ਨਹੀਂ ਗਿਆ, ਵੈਰ ਨਹੀਂ ਗਿਆ,
ਮਾਫ ਕਰਿਓ, ਫਿਰ ਰੱਬ ਦੇ ਘਰ ਆਉਣ ਦਾ ਕੋਈ ਫਾਇਦਾ ਨਹੀਂ। ਧਰਮ ਕਹਿੰਦਾ ਹੈ, ਧਰਮ ਦਾ ਅਰਥ ਹੁੰਦਾ ਹੈ ਪਰਿਵਰਤਨ, ਬਦਲਾਵ। ਜੇ ਧਰਮੀ ਹੋ ਕੇ ਬਦਲਾਵ ਹੀ ਨਾ ਆਇਆ, ਹੁਣ ਮੁੱਲਾ ਤਪਿਆ ਹੋਇਆ, ਉਹਨੇ ਇਹ ਨਹੀਂ ਵੇਖਿਆ, ਕਿਉਂਕਿ ਵੇਖਣ ਵਾਲੀ ਅੱਖ ਥੋੜੀ ਹੈ, ਉਹ ਤੇ ਆਪਣੇ ਅੱਖ ਦੇ ਨਜ਼ਰੀਏ ਨਾਲ ਵੇਖਦਾ ਵੀ ਕਾਫਰ ਲੋਕ ਨੇ। ਕਹਿੰਦਾ ਜੀ ਫਿਰ ਮੈਂ ਇਹਨਾਂ ਨੂੰ ਪੈਰਾਂ ਤੋਂ ਫੜ ਕੇ ਘੜੀਸਾਂ, ਜਿਹੜੀ ਦਿਸ਼ਾ ਲੈ ਕੇ ਜਾਵਾਂ, ਮੱਕਾ ਖਾਨਾ ਕਾਬਾ ਘੁੰਮੀ ਜਾਵੇ। ਇੱਕ ਵਾਰ ਨਹੀਂ, 4 ਦਿਸ਼ਾਵਾਂ ਵਿੱਚ ਘੁੰਮਿਆ ਏ। ਹੀਨ ਘਸੀਟਨ ਜੋਰ ਕੇ ਸੰਗ, ਕਰ ਜਿਸ ਦੂਸਰੀ ਮੈਂ ਤਬ ਸੋ। ਜਦੋਂ ਮੈਂ ਗੁੱਸੇ ਵਿੱਚ ਆ ਕੇ ਟੰਗਾਂ ਫੜ ਕੇ ਘੜੀਸੀਆਂ, ਉਹਨਾਂ ਨੂੰ ਘੁਮਾਇਆ, ਕਹਿੰਦੇ ਖਾਨਾ ਕਾਬਾ ਪੈਰਾਂ ਦੀ ਦਿਸ਼ਾ ਘੁੰਮੀ ਜਾਵੇ। ਮੈਨੂੰ ਇਸ ਗੱਲ ਤੇ ਗੁੱਸਾ ਵੀ ਆਉਂਦਾ ਸੀ ਵੀ ਇਹ ਤੇ ਰੱਬ ਦੇ ਘਰ ਦਾ ਨਰਾਦਰ ਕਰਦੇ ਆ। ਦੇਖੋ ਸਮਝਦਾ ਹੀ ਫਰਕ ਆ। ਜੇ ਇੰਨਾ ਸਮਝ ਲੈਂਦਾ ਵੀ ਜਿਨ੍ਹਾਂ ਦੇ ਚਰਨਾਂ ਨਾਲ ਮੱਕੇ ਦਾ ਕਾਬਾ ਘੁੰਮਦਾ ਹੈ, ਉਹ ਕਿੱਡੀ ਖੁਦਾਈ ਹੋਣਗੇ। ਇਹ ਤੁਹਾਡੀ ਆਪਣੀ ਸੋਚ ਮੈਟਰ ਕਰਦੀ ਹੈ ਵੀ ਤੁਸੀਂ ਕਿਸ ਚੀਜ਼ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ। ਧਰਤੀ ਤੇ 99 ਸ਼ਬਦ ਲਿਖ ਦਿਓ, 99। ਪੁੱਠੀ ਦਿਸ਼ਾ ਖੜੋਗੇ 66 ਲੱਗੂਗਾ, ਸਿੱਧੀ ਦਿਸ਼ਾ ਖੜੋਗੇ 99 ਹੈ। ਭਾਵ ਆਪਣਾ ਨਜ਼ਰੀਆ ਹੈ, ਤੁਸੀਂ ਵੇਖ ਕੇ ਵੇ ਰਹੇ ਹੋ। ਮੁੱਲੇ ਨੇ ਆਪਣੇ ਧਰਮ ਦੇ ਮੁਤਾਬਕ ਜੀਵਨ ਨੇ ਵੇਖਿਆ ਤੇ ਉਹਨੇ ਸ਼ਿਕਾਇਤ ਕਰ ਦਿੱਤੀ, ਸ਼ਹਾਦਤ ਦੇ ਦਿੱਤੀ ਹੈ ਵੀ ਇਹਨਾਂ ਕਾਫਰਾਂ ਨੇ ਕੋਈ ਮੰਤਰ ਟੂਣਾ ਕੀਤਾ ਏ। ਦੇਖਿਓ ਜਬੈ ਫੇ ਧੋਲਰ ਕੋ, ਤੇ ਪੈਰ ਦਿਸ਼ਾ ਕੋ ਸਨਮੁਖ ਹੋ। ਮੈਨੂੰ ਨਹੀਂ ਪਤਾ ਉਹ ਕੌਣ ਲੋਕ ਨੇ ਜਿਨ੍ਹਾਂ ਦੇ ਪੈਰਾਂ ਦੇ ਨਾਲ ਖਾਨਾ ਕਾਬਾ ਘੁੰਮ ਗਿਆ, ਧੌਲਰ ਘੁੰਮ ਗਿਆ, ਮੱਕਾ ਸ਼ਰੀਫ ਘੁੰਮ ਗਿਆ। ਮੇਰੀ ਸਮਝ ਤੋਂ ਬਾਹਰ ਹੈ, ਪਰ ਮੈਨੂੰ ਲੱਗਦਾ ਵੀ ਉਹਨਾਂ ਨਰਾਦਰ ਕੀਤਾ ਹੈ। ਰਸੂਲ ਦੇ ਘਰ ਦਾ ਉਹਨਾਂ ਨੇ ਅਦਬ ਨਹੀਂ ਰੱਖਿਆ, ਸਤਿਕਾਰ ਨਹੀਂ ਰੱਖਿਆ। ਉਹ ਮੁੱਲਾ ਪੁੱਛਦੇ ਹੋ ਲੋਕ ਕਿੱਥੇ ਨੇ? ਕਹਿੰਦੇ ਜੀ ਨਿਡਰ ਬਹੁਤ ਨੇ, ਅਜੇ ਵੀ ਇੱਥੇ ਹੀ ਬੈਠੇ ਨੇ। ਮੰਤਰ ਪਰਬੀਨ ਕੇ ਜੰਤਰ ਨਕੀਨ, ਵਿਸਾਲ ਕਲਮ ਕਿਦੋਏ ਕੋ। ਤੇ ਫਿਰ ਕੁਛ ਮੁੱਲਾ ਪੁੱਛਦੇ ਨੇ ਜਿਹੜੇ ਵੱਡੇ ਅਹੁਦੇਦਾਰ ਨੇ, ਕਹਿੰਦੇ ਇਹ ਘਟਨਾ ਕਿੰਨੇ ਕੁ ਸਮੇਂ 'ਚ ਵਰਤੀ? ਕਹਿੰਦੇ ਜੀ ਨਮਾਜ਼ ਦੇ ਸਮੇਂ ਤੋਂ ਪਹਿਲਾਂ। ਪਰ ਇਸ ਘਟਨਾ ਦੇ ਦੌਰਾਨ ਉਹ ਤਿੰਨੋਂ ਕਾਫਰ ਬੋਲੇ ਨਹੀਂ, ਚੁੱਪ ਸਨ। ਮੈਨੂੰ ਲੱਗਦਾ ਕੋਈ ਮੰਤਰ ਤੰਤਰ ਪੜ੍ਹਿਆ, ਪਰ ਇਸਲਾਮ ਕਿਵੇਂ ਮੰਨੇ ਜੀ? ਜੇ ਰੱਬ ਦੇ ਘਰ ਵਿੱਚ ਮੰਤਰ ਜੰਤਰ ਚੱਲਦੇ ਨੇ ਤੇ ਫਿਰ ਰੱਬ ਵੀ ਸੇਫ ਨਹੀਂ ਆਖੋ ਸਕਦਾ। ਹੋ ਸਕਦਾ ਹੈ ਜੇ ਰੱਬ ਦੇ ਘਰ ਆ ਕੇ ਤੁਹਾਨੂੰ ਦੁਨੀਆ ਦੇ ਡਰ ਸਤਾਉਂਦੇ ਆ, ਫਿਰ ਬਾਣੀ ਲਿਖਦੀ ਹੈ ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗ੍ਰਸ ਹੈ। ਕਹਿੰਦੇ ਕੀ ਫਾਇਦਾ ਸ਼ੇਰ ਦੀ ਸ਼ਰਨ ਵਿੱਚ ਬਹਿਣ ਦਾ, ਜੇ ਉੱਥੇ ਬੈਠੇ ਗਿੱਦੜ ਧਮਕੀਆਂ ਦੇ ਰਹੇ, ਜੇ ਉੱਥੇ ਬੈਠੇ ਡਰੀ ਜਾਂਦਾ। ਹੁਣ ਇਹਨੇ ਕਹਿ ਦਿੱਤੀ ਅਣਜਾਣਪੁਣੇ ਵਿੱਚ ਗੱਲ, ਕਹਿੰਦਾ ਜੀ ਕੋਈ ਮੰਤਰ ਤੰਤਰ ਕੀਤਾ ਹੋਣਾ, ਦੱਸੋ ਇਸਲਾਮ 'ਚ ਕਿਹੜਾ ਮੰਤਰ ਹੈ ਜਿਹੜਾ ਕਾਬੇ ਨੂੰ ਹਿਲਾ ਸਕਦਾ? ਕਾਬਾ ਸ਼ਰੀਫ ਕੋਈ ਛੋਟੀ ਚੀਜ਼ ਹੈ, ਮੁਸਲਮਾਨ ਵੀਰਾਂ ਦਾ ਮੱਕਾ ਹੈ, ਰੱਬ ਦਾ ਘਰ ਹੈ। ਪਰ ਇਹ ਜੀਵਨ ਉਲਝਿਆ ਹੋਇਆ, ਭਰਮਿਆ ਹੋਇਆ, ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਹਿੰਦਾ ਹੈ। ਮਤਲਬ ਬੰਦਾ ਨਾ ਰੱਬ ਦੀ ਖੇਡ ਨੂੰ, ਰੱਬ ਦੀ ਕਲਾ ਮੰਨਣ ਤੋਂ ਇਨਕਾਰੀ ਹੈ। ਇਸ ਸਪਸ਼ਟ ਅੱਜ ਵੀ ਸਾਡੇ 'ਚ ਹੈ। ਅਸੀਂ ਰੱਬ ਦੀ ਕਿਰਪਾ ਨੂੰ ਕਿਰਪਾ ਨਹੀਂ ਮੰਨਦੇ। ਅਸੀਂ ਚੰਗਾ ਕੰਮ ਕਿਤੇ ਸਾਡੇ ਤੋਂ ਸੁਭਾਵਿਕ ਹੋ ਜੇ ਨਾ, ਕਹੀਦਾ ਮੈਂ ਕੀਤਾ। ਧੀ ਪੁੱਤ ਵਿਦੇਸ਼ ਭੇਜਿਆ, ਮੈਂ ਭੇਜਿਆ। ਚੰਗੇ ਨੰਬਰ ਲੈ ਲਏ, ਮੇਰਾ ਬੱਚਾ ਪੜ੍ਹਦਾ ਸੀ। ਜੇ ਨੁਕਸਾਨ ਹੋ ਗਿਆ, ਕਹਿੰਦੇ ਰੱਬ ਨੇ ਕਰਤਾ। ਜੇ ਤੇ ਉਹ ਮੰਨ ਲੈਂਦਾ ਇਹ ਗੱਲ ਵੀ ਇਹ ਤੇ ਰੱਬੀ ਰੂਪ ਹਨ ਜਿਨ੍ਹਾਂ ਦੀ ਕਿਰਪਾ ਨਾਲ ਸਭ ਕੁਝ ਹੋਇਆ, ਫਿਰ ਤੇ ਗੱਲ ਹੀ ਵੱਖਰੀ ਸੀ। ਪਰ ਅਗਲੇ ਨੇ ਆਪਣਾ ਆਪ ਵੀ ਤੇ ਵਿਖਾਉਣਾ, ਕਹਿੰਦਾ ਕੋਈ ਜੰਤਰ ਮੰਤਰ ਤੰਤਰ ਕਰਦਾ ਹੋਣਾ ਜਿਸ ਕਰਕੇ ਕਾਬਾ ਫਿਰਿਆ ਏ। ਦੋਹਰ ਤੇ ਕੀ ਸੁਧ ਨੇ ਮੋਹੀ ਕੋ, ਚਲਿਓ ਪਿਖਿਓ ਅਬ ਤਾਹੀ, ਹਿੰਦੂ ਜਨਮ ਕੇ ਤੁਰਕ ਕੋ, ਅਬ ਲਗ ਜਾਣਿਓ ਨਾਹੀ। ਹੁਣ ਸੁਣਨ ਵਾਲੇ ਹੈਰਾਨ ਬਹੁਤ ਨੇ ਜੀ ਵੀ ਪਹਿਲੀ ਤੇ ਆਹ ਚੀਜ਼ ਅੱਖਾਂ ਸਾਹਮਣੇ ਚਮਤਕਾਰ, ਕਾਬਾ ਆਪਣੀ ਥਾਂ ਤੋਂ ਹਿੱਲ ਗਿਆ ਹੈ, ਕੁਛ ਫੁੱਟ ਦੀ ਦੂਰੀ ਤੇ ਹੈ। ਤੇ ਉਹ ਲੋਕ ਕੌਣ ਨੇ, ਕਿੱਥੇ ਨੇ? ਅੱਗੋਂ ਜੀਵਨ ਕਹਿੰਦਾ ਜੀ ਉਹ ਐਨੇ ਨਡਰ ਨੇ, ਐਡੇ ਬੇਪਰਵਾਹ ਨੇ। ਮੈਂ ਇੰਨੀ ਵਾਰ ਗਾਲਾਂ ਵੀ ਕੱਢਤੀਆਂ, ਬੁਰਾ ਵੀ ਬੋਲ ਤਾਂ ਜਾਂਦੇ ਹੀ ਨਹੀਂ ਨਾ, ਬੋਲਦੇ ਅੱਗੋਂ। ਤੇ ਮੈਂ ਕਿਹਾ ਤੁਸੀਂ ਨਮਾਜ਼ ਸਮੇਂ ਬੈਠੇ ਹੋ, ਕਹਿੰਦੇ ਮੈਨੂੰ ਕਹਿੰਦੇ ਆ 5 ਨਮਾਜ਼ਾਂ ਵਕਤ 5 ਪੰਜਾ ਪੰਜੇ ਨਾ ਹੋ ਵੀ ਉਹ ਤੇ 5 ਨਮਾਜ਼ਾਂ ਦੱਸਦੇ ਮੈਂ ਪੜ੍ਹਦਾ, ਪਰ ਕਹਿੰਦੇ ਮੈਨੂੰ ਕਨਫਰਮ ਨਹੀਂ ਉਹ ਹਿੰਦੂ ਨੇ ਜਾਂ ਮੁਸਲਮਾਨ ਨੇ। ਮੁੱਲਾ ਕਹਿੰਦੇ ਚਲੋ ਫਿਰ ਸਾਨੂੰ ਮੌਕਾ ਵਿਖਾ ਦਿਓ। ਕਹਿੰਦਾ ਜੀ ਉੱਥੇ ਬੈਠੇ ਆਓ
ਤੁਸੀਂ ਅੱਖੀ ਵੇਖ ਸਕਦੇ ਹੋ। ਪਵਿੱਤ ਸੁਣ ਕੇ ਮੁਸਲਮਾਨ ਮਨ ਬਿਸਮਾਨੇ ਸਭ, ਕਰਨਾ ਨਿਧਾਨ ਕੇ ਸਮੀਪ ਚਲੇ ਆਵੇ। ਸਾਰੇ ਦੇ ਸਾਰੇ ਮੁਸਲਮਾਨ ਤੁਰ ਪਏ, ਪਰ ਅੰਦਰ ਤੇ ਸਾਰਿਆਂ ਦਾ ਇਹੀ ਕਹਿੰਦਾ ਹੈ ਵੀ ਆਪਣੇ ਘਰ ਨੂੰ ਤੁਸੀਂ ਆਪਣੀ ਮਰਜ਼ੀ ਨਾਲ ਹਿਲਾ ਸਕਦੇ ਹੋ। ਆਪਣਾ ਘਰ ਹੈ ਜੀ, ਆਪਾਂ ਕੰਧਾਂ ਚੇਂਜ ਕਰ ਸਕਦੇ ਹਾਂ, ਮਰਜ਼ੀ ਨਾਲ ਪੌੜੀ ਚੇਂਜ ਕਰ ਸਕਦੇ ਹਾਂ, ਕੁਝ ਵੀ ਆਪਣੇ ਘਰ 'ਚ ਮੋਡੀਫਿਕੇਸ਼ਨ ਅਸੀਂ ਕਰ ਸਕਦੇ, ਬਗਾਨਾ ਤੇ ਨਹੀਂ ਕਰ ਸਕਦੇ। ਕਦੇ ਹੋਇਆ ਵੀ ਤੁਹਾਡੇ ਘਰ ਵਿੱਚ ਮੋਡੀਫਿਕੇਸ਼ਨ ਗਵਾਂਢੀ ਕਰਦੇ ਆ ਕਿ ਕੋਈ ਹੋਰ ਕਰ ਜੇ? ਮੁਸਲਮਾਨ ਸੋਚਦੇ ਆ ਵੀ ਕਾਬਾ ਰੱਬ ਦਾ ਘਰ ਹੈ, ਰੱਬ ਦੇ ਘਰ ਨੂੰ ਜੇ ਕਿਸੇ ਨੇ ਬਦਲਿਆ ਜ਼ਰੂਰ ਕੋਈ ਖੁਦਾ ਹੋਣਾ। ਸਤਿਨਾਮ ਕਈਆਂ ਦੇ ਦਿਲ 'ਚ ਜਾਂਦੀ ਹੈ, ਪਰ ਕਹਿੰਦੇ ਮੌਕਾ ਵੇਖ ਲੈਣਾ ਚਾਹੀਦਾ। ਚੱਲ ਕੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ ਜਿੱਥੇ, ਉਧਰ ਨਮਾਜ਼ ਦਾ ਸਮਾਂ ਲੰਘ ਗਿਆ, ਕੁਛ ਨੇ ਨਮਾਜ਼ ਪੜ੍ਹੀ ਆ, ਕਈਆਂ ਪੜ੍ਹੀ ਨਹੀਂ, ਕੋਈ ਤਮਾਸ਼ਾ ਹੀ ਵੇਖੀ ਜਾਂਦੇ ਆ। ਜਦੋਂ ਸਤਿਗੁਰ ਬੈਠੇ ਨਾ, ਵੱਡੇ ਵੱਡੇ ਮੁੱਲਿਆਂ ਦਾ ਦਿਮਾਗ ਫਿਰ ਗਿਆ ਵੇਖ ਕੇ, ਕਿਉਂਕਿ ਮਹਾਰਾਜ ਨੇ ਚੋਜ ਹੀ ਐਸਾ ਵਰਤਾਇਆ। ਚੋਜ ਕੀ ਹੈ? ਬਸਤਰ ਨੀਲੇ ਹਾਜੀਆਂ ਵਾਲੇ ਪਾਏ ਆ, ਮੱਥੇ ਤੇ ਤਿਲਕ ਲਾਇਆ ਹੋਇਆ, ਗਲ ਵਿੱਚ ਜਨੇਊ ਪਾਇਆ, ਸਿਰੇ ਉੱਤੇ ਟੋਪੀ ਪਾਈ 4 ਦਿਸ਼ਾਵਾਂ ਦੀ, ਹੱਥਾਂ ਤੇ ਬਾਹਾਂ ਤੇ ਰੱਸੇ ਬੰਨੇ ਹੋਏ ਨੇ ਤੇ ਮੁਸੱਲਾ ਵਿਛਾ ਕੇ ਪਏ ਨੇ, ਹੱਥ ਵਿੱਚ ਇੱਕ ਸੋਟਾ ਤੇ ਕੱਛ 'ਚ ਕਿਤਾਬ ਹੈ। ਪਤਾ ਹੀ ਨਹੀਂ ਲੱਗਦਾ ਵੀ ਹਿੰਦੂ ਨੇ ਜਾਂ ਮੁਸਲਮਾਨ ਨੇ। ਇਸੇ ਕਰਕੇ ਬਚਨ ਆਉਂਦੇ ਨਾ, ਪੁੱਛਣ ਗੱਲ ਈਮਾਨ ਦੀ, ਕੌਣ ਵੱਡਾ ਦੱਸੋ ਤੇ ਸਹੀ ਵੀ ਵੱਡਾ ਕੌਣ ਹੈ। ਪਰ ਮਰਦ ਨੇ ਕਿਹਾ ਸੀ ਭਾਈ ਹਿੰਦੂ ਵੱਡਾ ਨਾ ਮੁਸਲਮਾਨ, ਵੱਡਾ ਕੋਈ ਨਹੀਂ ਹੈ। ਵੱਡਾ ਕੌਣ ਹੈ? ਅੱਲਾ ਰਾਮ ਕੇ ਪਿੰਡ ਪੁਰਾ, ਕੋਈ ਵੱਡਾ ਨਹੀਂ ਹੈ। ਵੱਡਾ ਇੱਕ ਅੱਲਾ ਹੈ, ਵੱਡਾ ਵਾਹਿਗੁਰੂ ਹੈ, ਵੱਡਾ ਖੁਦਾ ਹੈ। ਹਿੰਦੂ ਵੱਡਾ ਕਿ ਮੁਸਲਮਾਨ ਦੋਨਾਂ ਦੀ ਵਿਚਾਰਧਾਰਾ ਇੱਕੋ ਹੀ ਹੈ? ਨਹੀਂ, ਵਿਚਾਰਧਾਰਾ ਅਲੱਗ-ਅਲੱਗ ਹੈ, ਪਰ ਮੰਨਦੇ ਸਾਰੀ ਰੱਬ ਨੂੰ ਨੇ। ਸਾਰਿਆਂ ਦੇ ਸਾਰਿਆਂ ਦਾ ਨਿਸ਼ਚੈ ਇੱਕ ਰੱਬ ਤੇ ਹੈ। ਉਹ ਅਲੱਗ ਗੱਲ ਆ ਵੀ ਆਪਣੇ ਆਪਣੇ ਧਰਮ ਦੇ ਤੌਰ ਤਰੀਕੇ ਵੱਖ ਹੋ ਸਕਦੇ ਆ। ਤੇ ਜਦੋਂ ਗੁਰੂ ਬਾਬਾ ਜੀ ਨੂੰ ਵੇਖਿਆ ਨਾ, ਕਹਿੰਦੇ ਉਹ ਜਿਹੜੇ ਮਨ 'ਚ ਸੋਚੀ ਆਉਂਦੇ ਸੀ ਕੋਈ ਅੱਲਾ ਦਾ ਹੀ ਕ੍ਰਿਸ਼ਮਾ ਹੋਣਾ, ਜਦੋਂ ਮਰਦ ਦਾ ਲਿਬਾਸ ਵੇਖਿਆ ਨਾ, ਅੰਦਰ ਫਰਕ ਪੈ ਗਿਆ। ਫਰਕ, ਤੁਹਾਡਾ ਲਿਬਾਸ ਬੜਾ ਫਰਕ ਪਾਉਂਦਾ ਹੈ। ਬੰਦਾ ਅੰਦਰੋਂ ਬੇਈਮਾਨ ਹੈ, ਚੋਰ ਹੈ, ਠੱਗ ਹੈ, ਕੋਈ ਨਹੀਂ ਵੇਖਦਾ, ਉਹਦਾ ਲਿਬਾਸ ਦੱਸਦਾ ਵੀ ਇਹ ਬੰਦਾ ਚੰਗਾ ਬਹੁਤ ਹੈ। ਕੱਪੜਿਆਂ ਕਰਕੇ ਕਈ ਵਾਰ ਲੋਕ ਠੱਗੀਆਂ ਖਾ ਜਾਂਦੇ, ਲਿਬਾਸ ਕਰਕੇ ਕਈ ਵਾਰ ਲੋਕ ਖਤਾ ਖਾ ਜਾਂਦੇ ਨੇ। ਲੱਗਦਾ ਤੇ ਸਾਧ ਹੁੰਦਾ, ਨਿਕਲ ਚੋਰ ਜਾਂਦਾ। ਮੰਨਿਆ ਤੇ ਮਿੱਤਰ ਸੀ, ਨਿਕਲਿਆ ਠੱਗ। ਲਿਬਾਸ ਕਰਕੇ ਧੋਖਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਨਾ, ਕੋਲ ਆ ਗਏ, ਹੈਰਾਨ ਹੋ ਗਏ ਵੀ ਹੱਥਾਂ ਬਾਹਾਂ ਤੇ ਰੱਸੀਆਂ ਬੰਨੀ ਫਿਰਦੇ ਆ, ਵੀ ਮੁਸਲਮਾਨ ਜਾਂ ਹਿੰਦੂ। ਪੁੱਛ ਲੈਂਦੇ ਆ। ਵੱਡੇ ਵੱਡੇ ਮੁੱਲਾਂ ਨੇ ਮਹਾਰਾਜ ਨੂੰ ਘੇਰਾ ਪਾ ਲਿਆ, ਬਾਕੀਆਂ ਨੂੰ ਪਿੱਛੇ ਕਰ ਲਿਆ ਵੀ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਪੁੱਛੀਏ ਤੇ ਸਹੀ ਵੀ ਤੁਸੀਂ ਕਿਵੇਂ ਆ ਗਏ, ਕਿਉਂਕਿ ਇੱਥੇ ਤੇ 60 ਕਿਲੋਮੀਟਰ ਤੱਕ ਕੋਈ ਮੁਸਲਮਾਨ ਤੋਂ ਇਲਾਵਾ ਆ ਹੀ ਨਹੀਂ ਸਕਦਾ। ਅੱਜ ਵੀ ਮੱਕਾ ਸ਼ਹਿਰ ਹੈ ਨਾ ਜਿਹੜਾ, 60 ਕਿਲੋਮੀਟਰ ਤੱਕ ਗੈਰ ਮੁਸਲਿਮ ਦੀ ਐਂਟਰੀ ਨਹੀਂ ਹੈ। ਉਹਨਾਂ ਦੀ ਇਹ ਕਰੂਰਤਾ ਹੈ, ਪਰਪੱਕਤਾ ਹੈ ਵੀ ਜੇ ਇਹ ਆ ਗਏ ਤੇ ਆਏ ਕਿਵੇਂ? ਜੇ ਹਿੰਦੂ ਨੇ, ਜੇ ਮੁਸਲਮਾਨ ਹਨ, ਐਸਾ ਲਿਬਾਸ ਕਿਉਂ ਪਾਇਆ ਏ? ਪੀਰ ਜੇ ਮੁਲਾਨੇ ਕਾਜੀ ਪਖ ਮੈਂ ਮਹਾਨੇ, ਉਤੇ ਦੇਖ ਦੇਖ ਕਾਬੇ ਔਰ ਜਿਦੈਸ ਵਿਸਮਾਵੇ। ਉਸ ਵੇਲੇ ਕੁਝ ਮੁੱਲਾਂ ਇਕੱਠੇ ਹੋਏ, ਕੁਝ ਕਾਜੀ ਹੁੰਦੇ ਜੱਜ ਲੋਕ, ਜਜਮੈਂਟ ਦੇਣ ਵਾਲੇ, ਸਾਰੇ ਬੁਲਾ ਲਏ। ਕਿਉਂਕਿ ਇਸਲਾਮ ਦਾ ਜਿਹੜਾ ਨਾ, ਇਸਲਾਮਿਕ ਸਟੇਟਾਂ ਜਿੰਨੀਆਂ ਨੇ, ਚਲੋ ਆਪਣਾ ਦੇਸ਼ ਹੈ ਅਮਰੀਕਾ, ਕੈਨੇਡਾ, ਡੈਮੋਕ੍ਰੇਸੀ ਹੈ, ਪਰ ਜਿਹੜੀਆਂ ਇਸਲਾਮਿਕ ਸਟੇਟਾਂ ਨੇ ਨਾ ਜੀ, ਉਹ 24 ਘੰਟੇ ਤੋਂ ਵੱਧ ਦਾ ਸਮਾਂ ਨਹੀਂ ਲਾਉਂਦੇ। ਅਪਰਾਧੀ ਆ ਨਾਲ ਦੀ ਨਾਲ ਰਗੜ ਦਿੰਦੇ ਆ। ਅੱਜ ਵੀ ਕਿਸੇ ਨੇ ਪਹਿਲੀ ਚੋਰੀ ਕੀਤੀ, ਇੱਕ ਹੱਥ ਵੱਢਦੇ ਆ, ਦੂਜੀ ਕੀਤੀ, ਦੂਜਾ ਵੱਢ ਦਿੰਦੇ ਆ। ਕੋਈ ਉਹ ਤੋਂ ਵੱਡਾ ਅਪਰਾਧ ਆ, ਫਾਹੇ ਲਾ ਦਿੰਦੇ ਆ। ਅੱਜ ਵੀ ਹੈ। ਹੁਣ ਇਹਨਾਂ ਦੀ ਜੋ ਵੀ ਹੈ ਉਹ ਸਭ ਚੱਲਦਾ ਸ਼ਰਅ ਦੇ ਮੁਤਾਬਕ। ਅੱਜ ਦੇ ਜੱਜ ਉਹਨਾਂ ਸਮਿਆਂ ਦੇ ਕਾਜੀ। ਹੁਣ ਕਾਜੀ ਫਤਵਾ ਲਾਉਂਦੇ ਆ। ਸਾਹਿਬਜ਼ਾਦਿਆਂ ਨੂੰ ਫਤਵਾ ਕਿਹਨਾਂ ਲਾਇਆ ਜੀ? ਕਾਜ਼ੀਆਂ ਨੇ। ਉਹ ਤੋਂ ਪਹਿਲਾਂ ਇਸਲਾਮ ਦੇ ਵਿੱਚ ਜਿੰਨੇ ਫਤਵੇ ਲੱਗੇ ਆ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਫਤਵੇ ਕੌਣ ਜਾਰੀ ਕਰਦਾ ਸੀ? ਕਾਜੀ। ਮੁੱਲਾ ਲੋਕ ਕੌਣ ਸਨ? ਧਰਮ ਦੇ ਪੁਜਾਰੀ। ਮੌਲਵੀ ਕਿਹੜੇ ਨੇ? ਸਮੇਂ ਦੇ ਵਕੀਲ। ਕਹਿੰਦੇ ਕਾਜੀ, ਮੁੱਲਾ, ਮੌਲਵੀ ਸਾਰੇ ਇਕੱਠੇ ਹੋ ਗਏ, ਕਿਉਂਕਿ ਮੁੱਦਾ ਧਰਮ ਦਾ ਹੈ, ਭਾਵਨਾ ਨੂੰ ਭੜਕਾਉਣ ਦਾ ਹੈ ਵੀ ਕੋਈ ਗੈਰ ਹਿੰਦੂ, ਗੈਰ ਮੁਸਲਮਾਨ ਇੱਥੇ ਆ ਗਿਆ। ਕਾਜੀ ਕੋਲ ਬੈਠੇ ਨੇ ਵੀ ਜੇ ਇਹਦਾ ਦੋਸ਼ ਸਿੱਧ ਹੋਏਗਾ ਤੇ ਇਹਨੂੰ ਸਜ਼ਾ ਦਿੱਤੀ ਜਾਏਗੀ। ਸਜ਼ਾ ਉਦੋਂ ਕਾਹਦੀ ਸੀ?
ਸੰਗਸਾਰ ਕਰਦੇ ਸੀ। ਬੰਦੇ ਨੂੰ ਜਿਉਂਦਿਆਂ ਧਰਤੀ 'ਚ ਗੱਡ ਕੇ ਨਾ ਪੱਥਰਾਂ ਦੀ ਬਾਰਿਸ਼ ਕਰਨੀ। ਇਹ ਇਸਲਾਮ ਦੇ ਵਿੱਚ ਉਦੋਂ ਚੱਲਦਾ ਸੀ, ਪ੍ਰਚਲਨ ਸੀ। ਮਰਦ ਦੇ ਆਲੇ ਦੁਆਲੇ ਆ ਕੇ ਬੈਠ ਕੇ ਕਹਿੰਦੇ, ਭਾਈ ਫਕੀਰਾ ਕੌਣ ਹੈ ਤੂੰ, ਕਿਵੇਂ ਆਇਆ ਇੱਥੇ? ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਹੈ ਵੀ ਇੰਨੇ ਮੁੱਲਾਂ ਇਕੱਠੇ ਹੋ ਗਏ, ਧਾਰਮਿਕ ਲੋਕ ਆ ਗਏ, ਇਹ ਦਬਾਅ ਪਾਉਣਗੇ, ਡਰ ਥੋੜੀ ਕਿਸੇ ਦਾ। ਉਹਨਾਂ ਨੇ ਜਾਣ ਬੁੱਝ ਕੇ ਲਿਬਾਸ ਐਸਾ ਬਣਾਇਆ ਸੀ ਵੀ ਦੁਨੀਆ ਵੇਖੇ। ਇੱਕ ਢੌਂਗ ਰਚਿਆ ਸੀ ਸੱਚੇ ਪਾਤਸ਼ਾਹ ਨੇ। ਕਿਸੇ ਦੇ ਕਰਮ ਕਾਂਡ ਨੂੰ ਉਜਾਗਰ ਕਰਨ ਤੋਂ ਪਹਿਲਾਂ ਉਹੋ ਜਿਹਾ ਬਣਨਾ ਪੈਂਦਾ, ਦਿਖਾਵਾ ਕਰਨਾ ਪੈਂਦਾ। ਗੁਰੂ ਸਾਹਿਬ ਨੂੰ ਜੀ ਮੁੱਲਿਆਂ ਕਾਜ਼ੀਆਂ ਨੇ ਘੇਰਾ ਪਾ ਲਿਆ, ਲੋਕ ਤਮਾਸ਼ਾ ਵੇਖਣ। ਜਿੰਨੇ ਲੋਕ ਹੱਜ ਤੇ ਆਏ ਸੀ ਕਹਿੰਦੇ ਅੱਜ ਵੇਖਦੇ ਆ ਕਾਫਰਾਂ ਦਾ ਕੀ ਹੋਏਗਾ। ਬੈਠਿਆਨ ਚਾਰੋ ਦਿਸ਼ ਬੁਜਰਕ ਬੋਲੇ ਤਬ ਹਿੰਦੂ ਕੇ ਤੁਰਕ ਤੁਮ ਰਹੋ ਕਿਹ ਥਾਵਈ। ਆ ਕੇ ਜਿਹੜੇ ਵੱਡੇ ਸਿਆਣੇ ਸੀ ਮੁੱਲਾਂ ਗੁਰੂ ਸਾਹਿਬ ਨੂੰ ਪੁੱਛਦੇ ਆ, ਕਹਿੰਦੇ ਪਹਿਲਾ ਸਵਾਲ ਹੈ ਇਹ ਦੱਸੋ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਪਹਿਲਾ ਸਵਾਲ। ਦੂਜੀ ਗੱਲ ਫੇਰ ਹੈ ਆਏ ਕਿੱਥੋਂ? ਕਿਉਂਕਿ ਹੱਜ ਤੇ ਵੱਡੇ ਵੱਡੇ ਹਾਜੀ ਆਉਂਦੇ ਆ, ਬੜੀ ਦੂਰ ਦੂਰ ਤੋਂ ਆਉਂਦੇ ਆ। ਕਿਉਂਕਿ ਪੂਰੀ ਦੁਨੀਆ ਤੋਂ ਜਿੰਨੇ ਮੁਸਲਮਾਨ ਵੀਰ ਨੇ ਸਭ ਹੱਜ ਕਰਦੇ ਆ ਜੀ, ਮੱਕੇ ਆਉਂਦੇ ਆ, ਉਮਰਾ ਕਰਦੇ ਆ। ਉਹ ਪੁੱਛਦੇ ਆ ਵੀ ਤੇਰਾ ਦੇਸ਼ ਕਿਹੜਾ? ਲਿਬਾਸ ਤੇ ਤੇਰਾ ਅਸੀਂ ਵੇਖ ਲਿਆ, ਇਹ ਤੇ ਮੈਚ ਹੀ ਨਹੀਂ ਕਰਦਾ ਨਾ ਇਸਲਾਮ ਦਾ ਨਾ ਸਨਾਤਨ ਮਤ ਦਾ। ਬੜੇ ਕਠੋਰ ਸ਼ਬਦਾਂ 'ਚ ਬੜੀ ਕਰੂਰਤਾ ਦੇ ਨਾਲ ਜਿਵੇਂ ਬੋਲਦੇ ਹੁੰਦੇ ਲੋਕੀ। ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਸ਼ਬਦ ਬੋਲੇ ਨੇ, ਰੀਤ ਨਾ ਮੁਸਲਮਾਨ ਕਾਬੇ ਦਿਸ਼ ਪੈਰ ਕੀਨੇ ਸੁਨੋ ਗੁਰੂ ਨਾਨਕ ਸਲੋਕ ਕੋ ਅਲਾਵੇ। ਕਹਿੰਦੇ ਸਾਡੇ ਵੱਲੋਂ ਇਹ ਜਵਾਬ ਹੈ ਵੀ ਤੁਸੀਂ ਮੁਸਲਮਾਨ ਹੋ ਨਹੀਂ ਸਕਦੇ ਜੇ ਹੁੰਦੇ ਤੇ ਕਾਬਾ ਸ਼ਰੀਫ ਵੱਲ ਕਦੇ ਪੈਰ ਨਾ ਕਰਦੇ। ਸੱਚਾ ਮੁਸਲਮਾਨ ਕਦੇ ਪੈਰ ਕਰ ਸਕਦਾ? ਤੇ ਸੱਚਾ ਸਿੱਖ ਮਰਨੀ ਮਰ ਜੂਗਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਕਦੇ ਪੈਰ ਕਰਕੇ ਨਹੀਂ ਬੈਠੂਗਾ। ਅੱਜ ਅਸੀਂ ਕਈ ਵਾਰ ਚੌਂਕੜਾ ਵੀ ਲਾਇਆ, ਕਈ ਤੇ ਲੱਤਾਂ ਸਿੱਧੀਆਂ ਕਰਕੇ ਮਰਜ ਕਣੀ ਬੈਠੇ ਹੁੰਦੇ ਆ। ਭਾਈ ਡਰਿਆ ਕਰੋ ਰੱਬ ਤੋਂ, ਅਰਦਾਸ ਕਰੋ ਸੱਚੇ ਪਾਤਸ਼ਾਹ ਐਸੀ ਕਿਰਪਾ ਕਰ ਦਿਓ, ਤੂੰ ਤੇ ਤੰਦਰੁਸਤੀਆਂ ਬਖਸ਼ਣ ਦਾ ਮਾਲਕ ਹੈ। ਤੇਰੇ ਘਰ ਦੇਰ ਥੋੜੀ ਹੈ, ਨਾ ਹਨੇਰ ਹੈ ਨਾ ਦੇਰ ਹੈ। ਤੂੰ ਤੇ ਗੂੰਗਿਆਂ ਨੂੰ ਬੋਲਣ ਲਾ ਦਿੰਦਾ, ਪਿੰਗਲਿਆਂ ਨੂੰ ਪਰਬਤ ਤੇ ਚਾੜ ਦਿੰਦਾ। ਕਦੇ ਬੈਠ ਕੇ ਤੇ ਵੇਖੋ ਅਰਦਾਸ ਕਰਕੇ ਕਿੱਦਾਂ ਕਿਰਪਾ ਕਰਦਾ। ਬੜੇ ਡਾਢੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੱਜ ਵੀ ਕਿਰਪਾ ਕਰਦੇ ਨੇ। ਲੋੜ ਹੈ ਭਾਵਨਾ ਦੀ, ਸ਼ਰਧਾ ਦੀ। ਕਹਿੰਦੇ ਜਿਸ ਵੇਲੇ ਉਹਨਾਂ ਨੇ ਮਰਦ ਨੂੰ ਇਹ ਸਵਾਲ ਕਰਤੇ ਵੀ ਤੁਸੀਂ ਮੁਸਲਮਾਨ ਤੇ ਹੋ ਹੀ ਨਹੀਂ ਸਕਦੇ, ਰੱਬ ਦੇ ਘਰ ਵੱਲ, ਰਸੂਲ ਦੇ ਘਰ ਵੱਲ ਤੁਸੀਂ ਪੈਰ ਕੀਤੇ ਨੇ, ਉਹ ਤੇ ਮੁਸਲਮਾਨ ਮਰਨੀ ਮਰਜੂ, ਕਦੇ ਮਸਜਿਦ ਵੱਲ ਪੈਰ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਨੇ ਜਦੋਂ ਸਾਰਿਆਂ ਦੇ ਬਚਨ ਸੁਣੇ, ਮਰਦ ਨੇ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ, ਰਬਾਬ ਦੀਆਂ ਸੁਰਾਂ ਛੇੜੋ। ਬੜੇ ਪਿਆਰ ਵਿੱਚ ਅੰਮ੍ਰਿਤ ਬਚਨ ਮੱਕੇ ਵਿੱਚ ਉਚਾਰਨ ਕੀਤਾ। ਪਹਿਲਾ ਬਚਨ ਵੀ ਸਤਿਗੁਰਾਂ ਨੇ ਸਊਦੀ ਦੀ ਧਰਤੀ ਤੇ ਉਚਾਰਿਆ ਮੱਕੇ ਸ਼ਹਿਰ ਦੇ ਵਿੱਚ, ਜੋ ਆਪ ਜੀ ਨੇ ਕੱਲ ਸਰਵਣ ਕੀਤਾ ਹੈ। 5 ਨਵਾਜ਼ਾਂ ਵਕਤ 5 ਪੰਜਾ ਪੰਜੇ ਨਾਓ, ਪਹਿਲਾ ਹੱਕ ਹਲਾਲ ਹੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਕਰੇ, 5ਵੀਂ ਸਿਫਤ ਸੁਣਾਏ। ਇਹ ਵੀ ਮੱਕੇ ਦੀ ਧਰਤੀ ਤੇ ਉਚਾਰਿਆ, ਕੰਧ ਤੋਂ ਬਾਹਰ ਬਹਿ ਕੇ। ਜਦੋਂ ਜੀਵਨ ਪੁੱਛਦਾ ਸੀ ਨਾ ਵੀ 5 ਨਮਾਜ਼ਾਂ ਪੜ੍ਹਨ ਦਾ ਸਮਾਂ ਹੁੰਦਾ, ਤੁਸੀਂ ਖੁਦ ਮਰਦ ਕਹਿੰਦੇ ਪੜ੍ਹਦੇ ਹਾਂ ਅਸੀਂ, ਆਹ ਵਾਲੀਆਂ ਪੜ੍ਹਦੇ ਹਾਂ। ਹੁਣ ਦੂਜਾ ਅੰਮ੍ਰਿਤ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਇਸੇ ਧਰਤੀ ਤੇ ਉਚਾਰਦੇ ਨੇ। ਮੈਂ ਤਾਂ ਬਾਰ-ਬਾਰ ਬੇਨਤੀ ਕਰਦਾ ਹੁੰਦਾ, ਤੁਹਾਡੇ ਚੋਂ ਬੜੇ ਪਿਆਰੇ ਬੈਠੇ ਆ ਬਾਣੀ ਪੜ੍ਹਨ ਵਾਲੇ, ਸਹਿਜ ਪਾਠ ਕਰਨ ਵਾਲੇ। ਕਈ ਵਾਰ ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਆ, ਇਹ ਤਕਰੀਬਨ ਸ਼ਬਦ ਆ ਜਾਂਦੇ ਆ, ਤੇ ਜੇ ਆਪਾਂ ਨੂੰ ਪਤਾ ਹੋਵੇ ਨਾ ਵੀ ਆਹ ਸ਼ਬਦ ਮਹਾਰਾਜ ਨੇ ਫਲਾਣੀ ਥਾਂ ਉਚਾਰਨ ਕੀਤਾ, ਸੱਚੀ ਉਹਦਾ ਆਨੰਦ ਬਹੁਤ ਆਉਂਦਾ ਹੈ, ਸੁਰਤ ਉੱਥੇ ਚਲੀ ਜਾਂਦੀ ਹੈ। ਗੁਰੂ ਬਾਬਾ ਜੀ ਨੇ ਲਾ ਕੇ ਚੌਂਗੜਾ ਅੰਮ੍ਰਿਤ ਬਚਨ ਆਖਿਆ ਏ। ਸ੍ਰੀ ਮੁਖ ਵਾਕ ਸ਼ਲੋਕ ਮਹਲਾ ਪਹਿਲਾ, ਮਿਹਰ ਮਸੀਤ ਸਿਦਕ ਮਸੱਲਾ। ਇੱਥੇ ਸਤਿਗੁਰਾਂ ਬਚਨ ਕੀਤਾ, ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ, ਮਿਹਰ ਮਸੀਤ। ਗੁਰੂ ਸਾਹਿਬ ਨੂੰ ਜਦੋਂ ਕਹਿੰਦੇ ਨਾ ਤੁਸੀਂ ਮੁਸਲਮਾਨ ਨਹੀਂ ਹੋ ਸਕਦੇ, ਮਰਦ ਕਹਿੰਦੀ ਅਸੀਂ ਮਿਹਰ ਦੀ ਮਸੀਤ ਵਿੱਚ ਬੈਠੇ ਹਾਂ। ਮਸਜਿਦ ਕਾਹਦੇ ਵਾਸਤੇ ਹੈ? ਜਿਹਨੂੰ ਮਸਕ ਕਹਿੰਦੇ ਆ, ਰੱਬ ਦੀ ਦੁਆ ਕਰਨ ਲਈ, ਰੱਬ ਨੂੰ ਚੇਤੇ ਕਰਨ ਵਾਸਤੇ। ਮੰਦਰ, ਮਸਜਿਦ, ਗੁਰਦੁਆਰੇ ਰੱਬ ਨੂੰ ਯਾਦ ਕਰਨ ਵਾਸਤੇ ਬਣਦੇ ਆ, ਨਾ ਕਿ ਲੜਨ ਵਾਸਤੇ, ਨਾ ਕਿ ਵੈਰ ਵਿਰੋਧ ਵਾਸਤੇ। ਇਹ ਸ਼ਾਂਤੀ ਦੇ ਘਰ ਨੇ, ਪੈਗਾਮ ਮਿਲਦਾ ਇੱਥੋਂ। ਗੁਰੂ ਬਾਬਾ ਜੀ ਕਹਿੰਦੇ ਮਿਹਰ ਮਸੀਤ,
ਮਿਹਰ ਦੀ ਮਸੀਤ ਵਿੱਚ ਬਹਿ ਕੇ, ਕਿਰਪਾ ਦੀ ਮਸੀਤ ਵਿੱਚ ਬਹਿ ਕੇ ਸਿਦਕ ਮੁਸੱਲਾ, ਇੱਥੇ ਮੁਸਲਾ ਪਾਠ ਕਿਸੇ ਨੇ ਨਹੀਂ ਕਰਨਾ, ਭਾਵੇਂ ਅਦਕ ਨਹੀਂ ਲੱਗੀ, ਅਦਕ ਸਹਿਤ ਬੋਲਿਆ ਜਾਣਾ। ਮੁਸਲਾ ਕਹਿੰਦੇ ਮੁਸਲਮਾਨ ਨੂੰ, ਮਸੱਲਾ ਕਹਿੰਦੇ ਥੱਲੇ ਵਿਛਾਉਣ ਵਾਲੀ ਸਾਫ। ਸਿਦਕ ਮੁਸੱਲਾ ਕਹਿੰਦੇ ਸਿਦਕੀ ਹੋਣਾ, ਪਰਪੱਕਤਾ ਹੋਣੀ। ਅਸੀਂ ਇਹ ਮੁਸੱਲਾ ਵਿਛਾ ਕੇ ਰੱਬ ਦੀ ਕਿਰਪਾ ਮਿਹਰ ਦੀ ਮਸੀਤ ਵਿੱਚ ਬੈਠਦੇ ਹਾਂ, ਉਹਦੇ ਹੁਕਮ 'ਚ। ਸਿਦਕ ਮੁਸੱਲਾ, ਗੁਰੂ ਸਾਹਿਬ ਕਹਿੰਦੇ ਸਾਡੇ ਕੋਲ ਮੁਸੱਲਾ ਬੜਾ ਸੋਹਣਾ, ਇਹ ਫਟਦਾ ਨਹੀਂ, ਇਹ ਕਮਜ਼ੋਰ ਨਹੀਂ ਹੁੰਦਾ, ਇਹ ਛਿੱਜਦਾ ਨਹੀਂ। ਦੁਨਿਆਵੀ ਮਸੱਲੇ ਸਫਾ ਫਟ ਜਾਂਦੀਆਂ ਨੇ, ਪੁਰਾਣੀਆਂ ਹੋ ਜਾਂਦੀਆਂ ਨੇ, ਚਿੱਕਾਂ ਚਟਾਈਆਂ। ਪਰ ਸਾਹਿਬ ਕਹਿੰਦੇ ਭਾਈ ਸਿਦਕ ਦਾ ਮੁਸੱਲਾ ਸਾਨੂੰ ਵਾਹਿਗੁਰੂ ਨੇ ਬਖਸ਼ਿਆ ਏ। ਹੱਕ ਹਲਾਲ ਕੁਰਾਨ, ਸੱਚੇ ਹੱਕ ਹਲਾਲ ਦੀ ਰੋਟੀ ਖਾਣੀ, ਕਿਰਤ ਕਰਨੀ। ਕਹਿੰਦੇ ਇਹ ਕੁਰਾਨ ਪੜ੍ਹਨਾ। ਕੁਰਾਨ ਪੜ੍ਹ ਕੇ ਵੇਖੋ, ਕੁਰਾਨ ਵਿੱਚ ਸੂਰੇ ਲਿਖੇ, ਜਿੱਦਾਂ ਅਧਿਆਏ ਹੁੰਦੇ ਆ ਨਾ ਮਹਾਭਾਰਤ ਵਿੱਚ, ਕੁਰਾਨ 'ਚ ਸੂਰੇ ਆ। ਕਿਹੜਾ ਸੂਰਾ ਪੜ੍ਹ ਰਹੇ ਹੋ ਤੁਸੀਂ? ਫਿਰ ਉਹ 'ਚ ਕਲਮਾਂ ਦੀ ਗਿਣਤੀ ਆਉਂਦੀ ਹੈ, ਆਇਤਾਂ ਦੀ ਗਿਣਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੱਕ ਹਲਾਲ ਕੁਰਾਨ, ਕੁਰਾਨ ਪੜ੍ਹਨਾ ਏ ਹੱਕ ਖਾਣਾ। ਬਾਣੀ ਪੜ੍ਹਨਾ ਕੀ ਹੈ? ਇਮਾਨਦਾਰੀ ਦੀ ਰੋਟੀ ਕਮਾਉਣੀ, ਕਿਰਤ ਕਰਨੀ। ਜੇ ਸਾਡੇ ਜੀਵਨ ਵਿੱਚ ਕਿਰਤ ਨਹੀਂ ਨਾ, ਨਾਮ ਨਹੀਂ ਤੇ ਵੰਡ ਕੇ ਛਕਣਾ ਨਹੀਂ, ਮਤ ਭੁਲੇਖਾ ਰੱਖਿਓ ਅਸੀਂ ਸਿੱਖ ਹਾਂ। ਠੀਕ ਹੈ, ਡੁਪਲੀਕੇਟ ਹੋ ਸਕਦੇ ਹਾਂ, ਦੁਨਿਆਵੀ ਤੌਰ ਤੇ ਬਣੇ ਹੋ ਸਕਦੇ ਹਾਂ, ਕਿਹੜਾ ਕੋਈ ਰੋਕ ਹੈ। ਪਰ ਜਿਹਦੇ ਜੀਵਨ ਵਿੱਚ ਇਹ ਗੁਣ ਨੇ ਉਹ ਬਹੁਤ ਵੱਡਾ ਏ। ਇੱਕ ਮੁਸਲਮਾਨ ਅੱਲਾ ਦਾ ਸ਼ੁਕਰ ਹਰ ਵੇਲੇ ਕਰਦਾ ਹੈ। ਜੇ 500 ਦੀ ਦਿਹਾੜੀ 'ਚ 100 ਹੀ ਵੜਿਆ ਨਾ, ਉਹ ਕਹਿੰਦਾ ਅੱਲਾ ਪਾਕ ਦੀ ਬੜੀ ਰਹਿਮਤ, ਅੱਜ ਇੰਨਾ ਬਣ ਗਿਆ, ਸ਼ੁਕਰ ਹੈ। ਇੰਨਾ ਨਹੀਂ ਦਿੰਦਾ ਤੇ ਪਰ ਆਪਾਂ ਬੜੇ ਬੇਸਬਰੇ ਹਾਂ ਜੀ। ਮਿਲ ਵੀ ਜਾਏ ਤਾਂ ਵੀ ਕਹਿੰਦੇ ਆ ਜੀ ਅੱਜ 500 ਦੀ ਦਿਹਾੜੀ ਸੀ, 1000 ਬਣ ਜਾਂਦਾ। ਲਾਲਚ ਹੈ ਨਾ ਕਿਤੇ। ਗੁਰੂ ਸਾਹਿਬ ਉਹੀ ਕਹਿੰਦੇ ਹੱਕ ਹਲਾਲ ਕੁਰਾਨ, ਹੱਕ ਦੀ ਰੋਟੀ ਖਾਣੀ, ਕਿਰਤ ਦੀ ਕਮਾਈ ਖਾਣੀ, ਬਿਮਾਰੀ ਨਹੀਂ ਲੱਗਦੀ। ਕਹਿੰਦੇ ਇਹ ਕੁਰਾਨ ਪੜ੍ਹਨਾ ਹੈ। ਸ਼ਰਮ ਸੁਨਤ ਸੀਲ ਰੋਜਾ, ਸ਼ਰਮ ਸੁਨਤ, ਮੁਸਲਮਾਨ ਵੀਰ ਸੁਨਤ ਕਰਦੇ ਆ ਜੀ, ਫਿਰਕਾ ਉਹਨਾਂ ਦਾ ਸੁਨੀਆਂ ਦਾ। ਕਹਿੰਦੇ ਸ਼ਰਮ ਰੱਖਣੀ, ਲਿਹਾਜ਼ ਰੱਖਣੀ, ਇਹ ਸੁਨਤ ਹੈ। ਸੀਲ ਰੋਜਾ, ਸੀਲ ਕਹਿੰਦੇ ਚੰਗਾ ਸੁਭਾਅ। ਸਾਹਿਬ ਕਹਿੰਦੇ ਚੰਗਾ ਸੁਭਾਅ ਰੱਖਿਆ, ਇਹਦੇ ਅਸੀਂ ਰੋਜੇ ਰੱਖਦੇ ਹਾਂ। ਇਹ ਪ੍ਰੈਕਟੀਕਲ ਚੀਜ਼ਾਂ ਦੱਸਦੇ ਆ ਮਹਾਰਾਜ। ਮੁਸਲਮਾਨ ਵੀਰਾਂ ਦਾ ਜੀਵਨ ਤੇ ਸਿੱਖਾਂ ਦਾ ਜੀਵਨ ਬਹੁਤ ਕਰੀਬ ਕਰੀਬ ਹੈ। ਇੱਕ ਸਿੱਖ ਵੀ ਆਪਣੇ ਜੀਵਨ ਵਿੱਚ ਪਰਪੱਕ ਹੈ, ਜਿਹਨੂੰ ਐਕਚੁਅਲ ਗੁਰਬਾਣੀ ਸਿੱਖ ਕਹਿੰਦੀ ਹੈ। ਇੱਕ ਸੱਚਾ ਮੁਸਲਮਾਨ ਜਿਹਦੇ ਪ੍ਰਥਾਏ ਬਾਣੀ ਲਿਖਦੀ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਕਹਿੰਦੇ ਸੱਚਾ ਮੁਸਲਮਾਨ ਤੇ ਹਿਰਦੇ ਦਾ ਮੋਮ ਦਿਲ ਹੈ, ਕਿਸੇ ਦਾ ਦੁੱਖ ਨਹੀਂ ਵੇਖ ਸਕਦਾ। ਕੀ ਤੁਸੀਂ ਔਰੰਗਜ਼ੇਬ ਨੂੰ ਮੁਸਲਮਾਨ ਮੰਨਦੇ ਹੋ? ਪਾਪੀ ਯਜ਼ੀਦ ਖਾਨ ਨੂੰ ਮੁਸਲਮਾਨ ਮੰਨਦੇ ਹੋ? ਨਹੀਂ, ਉਹ ਕਲੰਕ ਸੀ ਧਰਮ ਦੇ ਨਾਂ ਤੇ। ਲੋਕ ਉਹ ਮੁਸਲਮਾਨ ਨਹੀਂ ਸੀ। ਮੁਸਲਮਾਨ ਸਨ ਸਾਈਂ ਮੀਆਂ ਮੀਰ, ਪੀਰ ਭੀਖਮ ਸ਼ਾਹ, ਭਾਈ ਗਨੀ ਖਾਂ ਤੇ ਨਬੀ ਖਾਂ। ਇਹ ਸਨ ਸੱਚੇ ਮੁਸਲਮਾਨ, ਜਿਨ੍ਹਾਂ ਦੇ ਪਰਥਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜੇ ਸ਼ਬਦ ਤੇ ਹੁਕਮਨਾਮੇ ਲਿਖੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀਲ ਰੋਜਾ, ਇਸਲਾਮ ਦੇ ਵੀ ਰੋਜੇ ਰੱਖਦੇ ਆ, ਸਨਾਤਨ ਮਤ ਦੇ ਵੀਰ ਵਰਤ ਰੱਖਦੇ ਆ। ਗੁਰੂ ਸਾਹਿਬ ਕਹਿੰਦੇ ਚੰਗਾ ਨੇਕ ਸੁਭਾਅ ਰੱਖਣਾ ਹਰ ਵੇਲੇ ਸਾਡਾ ਇਹ ਰੋਜਾ ਹੁੰਦਾ ਹੈ। ਅਸੀਂ ਵਿਸ਼ੇਸ਼ ਸਮੇਂ ਤੇ ਰੋਜਾ ਨਹੀਂ ਰੱਖਦੇ। ਕਹਿ ਕਿਹਨਾਂ ਨੂੰ ਰਹੇ ਆ? ਜਿਨ੍ਹਾਂ ਦਾ ਦੇਸ਼ ਹੈ, ਜਿਨ੍ਹਾਂ ਦੀ ਹਕੂਮਤ ਹੈ, ਜਿਨ੍ਹਾਂ ਦੀ ਸਰਕਾਰ ਹੈ, ਜਿਨ੍ਹਾਂ ਦਾ ਧਾਰਮਿਕ ਥਾਂ ਹੈ, ਉਹਨਾਂ ਦੇ ਧਰਮ ਦੇ ਸਾਹਮਣੇ ਗੁਰੂ ਸਾਹਿਬ ਖਰੀਆਂ ਖਰੀਆਂ ਗੱਲਾਂ ਕਹਿੰਦੇ ਆ। ਸਾਡੀ ਜ਼ਰੂਰਤ ਹੈ ਕਿ ਅਸੀਂ ਬੋਲ ਸਕਦੇ ਹਾਂ। ਅਸੀਂ ਸੱਚ ਨੂੰ ਸੱਚ ਨਹੀਂ ਕਹਿ ਸਕਦੇ, ਰਿਸ਼ਤੇਦਾਰਾਂ 'ਚ ਬਹਿ ਕੇ ਝੂਠ ਨੂੰ ਝੂਠ ਨਹੀਂ ਕਹਿ ਸਕਦੇ। ਪਰ ਜਿਨ੍ਹਾਂ ਤੇ ਗੁਰੂ ਬਾਬੇ ਦੀ ਕਿਰਪਾ ਉਹ ਕਦੇ ਪਰਵਾਹ ਨਹੀਂ ਕਰਦੇ। ਸਤਿਗੁਰ ਕਹਿੰਦੇ ਇਹ ਸਾਡਾ ਰੋਜਾ ਹੈ। ਅਸੀਂ ਕੁਰਾਨ ਪੜ੍ਹਦੇ ਹਾਂ ਹੱਕ ਹਲਾਲ ਦੀ। ਕਹਿੰਦੇ ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਦੇ ਮੁਖ ਵੱਲ ਵੇਖਦੇ ਆ ਵੀ ਇੱਕ ਜੇ ਹਿੰਦੂ ਹੋਵੇ ਉਹਨੂੰ ਤੇ ਇੰਨੀ ਨੌਲੇਜ ਹੁੰਦੀ ਨਹੀਂ, ਇੰਨਾ ਗਿਆਨ ਕਿੱਥੇ ਆ ਉਹਨਾਂ ਨੂੰ। ਵੀ ਤੇ ਸਾਡੀਆਂ ਨਮਾਜ਼ਾਂ, ਸਾਡੇ 5 ਕਰਮ ਉਹਨਾਂ ਬਾਰੇ ਜਾਣਦੇ ਨੇ। ਉਹ ਮੁਸਲਮਾਨ, ਸਤਿਗੁਰੂ ਕਹਿੰਦੇ ਤਾਂ ਮੁਸਲਮਾਨ ਬਣਦਾ ਜੇ ਸਭ ਕੁਝ ਕੀਤਾ ਹੋਵੇ। ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ, ਇਹ ਸਭ ਕੁਝ ਜੀਵਨ 'ਚ ਹੋਣਾ ਚਾਹੀਦਾ ਹੈ, ਤਾਂ ਸੱਚਾ ਮੁਸਲਮਾਨ ਹੋਏਗਾ। ਗੁਰੂ ਸਾਹਿਬ ਕਹਿੰਦੇ ਤਾਂ ਮੁਸਲਮਾਨ ਬਣਿਓ। ਦਿਖਾਵੇ ਦੇ ਮੁਸਲਮਾਨ ਬਣਨ ਦਾ ਕੋਈ ਫਾਇਦਾ ਨਹੀਂ, ਦਿਖਾਵੇ ਦੇ ਸਿੱਖ ਬਣਨ ਦਾ ਕੋਈ ਫਾਇਦਾ ਨਹੀਂ। ਜਦੋਂ ਸਤਿਗੁਰਾਂ ਦੇ ਬਚਨ ਸੁਣੇ ਨਾ ਜੀ, ਅੰਦਰ ਧੱਕ ਪਾਉਂਦੇ ਸੀ, ਅੱਖਾਂ ਨੀਵੀਆਂ ਕਰਕੇ ਬਹਿ ਗਏ, ਕਿਉਂਕਿ ਗੱਲਾਂ ਤੇ ਸੱਚੀਆਂ ਨੇ, ਕਮੀਆਂ ਤੇ ਬਹੁਤ ਸੀ। ਜਦੋਂ ਇੱਕ ਸਮਾਂ ਆਇਆ ਨਾ
ਕਹਿੰਦੇ ਕਾਬਾ ਸ਼ਰੀਫ ਤੇ ਛੱਤ ਪਾਉਣੀ ਹੈ। ਇਹ ਵਾਕਿਆ ਮੈਂ ਪਹਿਲਾਂ ਵੀ ਸੁਣਾਇਆ ਸੀ ਮੱਕੇ ਦੀ ਕਥਾ 'ਚ। ਪਰ ਇੱਕ ਸ਼ਰਤ ਸੀ ਵੀ ਇਸ ਥਾਂ ਤੇ ਆ ਕੇ ਅੱਲਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹੀ ਬੰਦਾ ਦਾਨ ਦੇਏਗਾ ਜਿਹਨੇ ਜ਼ਿੰਦਗੀ 'ਚ ਕਦੇ ਝੂਠ ਨਹੀਂ ਬੋਲਿਆ ਤੇ ਪਾਪ ਨਹੀਂ ਕੀਤਾ। ਕਹਿੰਦੇ ਸੈਂਕੜੇ ਸਾਲਾਂ ਤੱਕ ਛੱਤ ਅਧੂਰੀ ਰਹੀ। ਅਰਬ ਕੰਟਰੀਆਂ ਕਿੰਨੀਆਂ ਅਮੀਰ ਨੇ। ਉਹ ਕਹਿੰਦੇ ਸੀ ਸਾਡੇ ਕੋਲ ਪੈਸਾ ਬੇਈਮਾਨੀ ਦਾ, ਠੱਗੀ ਠੋਰੀ ਦਾ, ਕਿਰਤ ਦੀ ਮਾਇਆ ਤੇ ਕਰੋੜਪਤੀਆਂ ਕੋਲ ਬੜੀ ਥੋੜੀ ਨਿਕਲੀ। ਕੁਛ ਪੈਸੇ ਨਿਕਲੇ, ਹਜ਼ਾਰਾਂ ਰੁਪਈਏ ਨਿਕਲੇ ਤੋਂ ਵੱਧ ਨਹੀਂ ਹੈ। ਕਿਉਂਕਿ ਅੱਲਾਹ ਪਾਕ ਕਹਿੰਦੇ ਆ ਵੀ ਸੱਚਾ ਮੁਸਲਮਾਨ ਕਦੇ ਠੱਗੀ ਠੋਰੀ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਉਹ ਸਿਦਕ ਰੱਖਦਾ ਏ। ਤੇ ਸਾਨੂੰ ਗੁਰੂ ਕਲਗੀਧਰ ਜੀ ਨੇ ਵੀ ਤੇ ਇਹੀ ਸਿਖਾਇਆ, ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਰਤ ਕਰਿਆ ਕਰ, ਨਾਮ ਜਪਿਆ ਕਰ, ਵੰਡ ਕੇ ਛਕਿਆ ਕਰ, ਰੋਗ ਨਹੀਂ ਲੱਗਣਾ। ਅੱਜ ਬਿਮਾਰੀਆਂ ਕਿਉਂ ਨੇ? ਮੈਂ ਕਹਿੰਦਾ ਜਿਹੜੇ ਮਰਜ਼ੀ ਰੋਗੀ ਦੇ ਕੋਲ ਜਾ ਕੇ ਵੇਖ ਲਓ, ਉਹਦਾ ਬਾਇਓਡਾਟਾ ਚੈੱਕ ਕਰ ਲਓ, ਪਹਿਲਾਂ ਕੀ ਕਰਦਾ ਸੀ, 20 ਸਾਲ ਪਹਿਲਾਂ ਕੀ ਕੀਤਾ, ਨੌਕਰੀ 'ਚ ਕੀ ਕਰਦਾ ਰਿਹਾ। ਦੁਨੀਆ ਨੂੰ ਲੁੱਟਣ ਵਾਲੇ ਅੱਜ ਹਸਪਤਾਲਾਂ ਦੇ ਪੇਸ਼ ਪਏ ਹੋਏ ਆ। ਜਿਨ੍ਹਾਂ ਕਦੇ ਦਸਬੰਧ ਨਹੀਂ ਕੱਢਿਆ, ਕਿਰਤ ਨਹੀਂ ਕੀਤੀ, ਕਿਰਤ ਦੀ ਰੋਟੀ ਖਾਣ ਵਾਲੇ ਲੋਕ ਅੱਜ ਵੀ ਰੋਗੀ ਨਹੀਂ ਨੇ, ਨਿਰੋਗ ਨੇ। ਸਰੀਰ ਨੂੰ ਰੋਗ ਹੀ ਉਦੋਂ ਲੱਗਦੇ ਆ ਜਦੋਂ ਮਨੁੱਖ ਅਵੇਸਲਾ ਹੁੰਦਾ ਹੈ, ਕੁਦਰਤ ਦਾ ਖਿਲਵਾੜ ਕਰਦਾ ਹੈ, ਜਦੋਂ ਮਨੁੱਖ ਧਰਮ ਦੀ ਦੁਨੀਆ ਵਿੱਚ ਆ ਕੇ ਵੀ ਪਾਪ ਕਰਦਾ ਤੇ ਬਾਹਰ ਵੀ ਕਰੀ ਜਾਂਦਾ। ਹਰ ਵੇਲੇ ਮਾਇਆ ਨੂੰ ਆਪਸ਼ਨ ਰੱਖ ਲਵੇ ਜ਼ਿੰਦਗੀ ਜਿਉਣ ਦੀ ਤੇ ਫਿਰ ਜ਼ਿੰਦਗੀ ਨਰਕ ਬਣ ਜਾਂਦੀ ਹੈ। ਤੇ ਜਦੋਂ ਕੋਈ ਧਰਮ ਦੇ ਨਾਲ ਜ਼ਿੰਦਗੀ ਕਮਾਉਂਦਾ ਨਾ, ਸੱਚੀ ਉਹਨਾਂ ਦਾ ਜੀਵਨ ਬੜਾ ਵੱਡਾ ਹੁੰਦਾ ਹੈ, ਮਹਾਨ ਹੁੰਦਾ ਹੈ, ਉੱਚਾ ਸੁੱਚਾ ਹੁੰਦਾ ਹੈ, ਚਿੰਤਾ ਤੋਂ ਰਹਿਤ ਹੁੰਦਾ ਹੈ। ਸਾਹਿਬ ਕਹਿੰਦੇ ਜੇ ਮੁਸਲਮਾਨ ਹੋਣਾ ਹੈ ਇਸ ਤਰੀਕੇ ਦਾ ਹੋਣਾ ਪੈਣਾ ਏ। ਕਰਨੀ ਕਾਬਾ ਸੱਚ ਪੀਰ। ਕਹਿੰਦੇ ਕਰਨੀ ਕਾਬਾ, ਕਰਨੀ ਮਿਹਨਤ, ਕਿਰਤ। ਗੁਰੂ ਸਾਹਿਬ ਕਹਿੰਦੇ ਇਹ ਕਾਬਾ, ਇਹ ਕਾਬਾ ਰੱਬ ਦਾ ਹੈ। ਸੱਚ ਪੀਰ, ਪੀਰ ਕੌਣ ਹੈ? ਪੀਰ ਕਹਿੰਦੇ ਆ ਪੂਜਨੀਕ ਇਨਸਾਨ ਨੂੰ, ਧਾਰਮਿਕ ਹਸਤੀ ਨੂੰ। ਸਤਿਗੁਰ ਕਹਿੰਦੇ ਉਹ ਪੀਰ ਹੈ ਸੱਚ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਏ। ਸਾਰੀ ਦੁਨੀਆ ਸ੍ਰਿਸ਼ਟੀ ਦਾ ਮਾਲਕ ਸੱਚ ਹੈ, ਸੱਚਾ ਤੇ ਪਰਮੇਸ਼ਰ ਹੈ। ਸੱਚ ਪੀਰ। ਸਾਹਿਬ ਕਹਿੰਦੇ ਭਾਈ ਇਹ ਪੀਰ ਹੋਣਾ ਨਾ ਜੀਵਨ ਵਿੱਚ, ਉਹ ਸੱਚ ਕਮਾਉਣਾ ਹੈ। ਮੁਸਲਮਾਨ ਸੱਚ ਬੋਲੇ, ਸਿੱਖ ਸੱਚ ਬੋਲੇ, ਹਿੰਦੂ ਵੀਰ ਸੱਚ ਬੋਲੇ, ਰੱਬ ਤਿੰਨਾਂ ਤੋਂ ਹੀ ਦੂਰ ਨਹੀਂ, ਤਿੰਨਾਂ ਦੇ ਨਜ਼ਦੀਕ ਹੈ। ਕਲਮਾ ਕਰਮ ਨਿਵਾਜ। ਕਲਮਾ ਕਰਮ ਨਿਵਾਜ, ਨਵਾਜ਼ਾਂ ਪੜ੍ਹਨੀਆਂ, ਕਲਮਾ ਪੜ੍ਹਨੀਆਂ। ਸਤਿਗੁਰ ਕਹਿੰਦੇ ਚੰਗੇ ਕਰਮ ਕਰਨੇ। ਹੁਣ ਮੇਰੇ ਵਰਗਾ ਬਾਣੀ ਵੀ ਪੜ੍ਹੇ ਤੇ ਠੱਗੀਆਂ ਵੀ ਮਾਰੀ ਜਾਏ, ਦੱਸੋ ਜੀ ਬਾਣੀ ਪੜ੍ਹੀ ਦਾ ਲਾਭ ਹੈ ਕੋਈ ਲਾਭ ਹੋਵੇ? ਸਿਮਰਨ ਕਰਕੇ ਦੁਨੀਆ ਨੂੰ ਲੁੱਟੀ ਚਲੋ, ਕੋਈ ਲਾਭ ਹੈ? ਨਹੀਂ, ਬਿਲਕੁਲ ਨਹੀਂ। ਬਾਣੀ ਦਾ ਭਾਵ ਇਹੀ ਹੈ ਵੀ ਆਪਣੀ ਕਿਰਤ ਕਰ, ਸੱਚ ਬੋਲ, ਭਾਵੇਂ ਘੱਟ ਖਾ ਪਰ ਦਿਲ ਨਾ ਦੁਖਾ, ਬੁਰਾ ਨਾ ਕਰ ਕਿਸੇ ਦਾ, ਬੁਰਾ ਸੋਚ ਨਾ ਕਿਸੇ ਲਈ। ਅੱਜ ਤੂੰ ਪਰਾਏ ਦਾ ਬੁਰਾ ਸੋਚੇਗਾ, ਭਲਾ ਮਨਾ ਤੇਰਾ ਵੀ ਕਦੇ ਨਹੀਂ ਹੋਇਆ ਕਦੇ ਕਿਸੇ ਦਾ। ਪਰਾਏ ਦਾ ਬੁਰਾ ਚਿਤਵਨ ਵਾਲਾ, ਬੁਰਾ ਸੋਚਣ ਵਾਲਾ ਇਨਸਾਨ ਆਪ ਹੀ ਡੁੱਬ ਜਾਂਦਾ ਹੈ। ਇਹੋ ਜਿਹੇ ਦੁੱਖ ਤਕਲੀਫਾਂ ਉਹਦੇ ਪੱਲੇ ਪੈ ਜਾਂਦੀਆਂ ਨੇ, ਉਹ ਆਪਣੀ ਜ਼ਿੰਦਗੀ ਜੋਗਾ ਵੀ ਨਹੀਂ ਰਹਿੰਦਾ। ਤੇ ਦੁਨੀਆ ਦਾ ਭਲਾ ਮੰਗਣ ਵਾਲੇ ਸਦਾ ਸੁਖੀ ਨੇ, ਸੁੱਖ ਦੀ ਨੀਂਦ ਸੌਂਦੇ ਆ। ਗੁਰੂ ਸਾਹਿਬ ਕਹਿੰਦੇ ਕਲਮਾ ਕਰਮ ਨਿਵਾਜ, ਨਮਾਜ਼ਾਂ ਪੜ੍ਹਨੀਆਂ ਨੇ, ਚੰਗੇ ਕਰਮ ਬਣਾ ਲਾ। ਜੇ ਤੇਰੇ ਕਰਮ ਚੰਗੇ ਹੋਣਗੇ ਨਾ ਜੋ ਤੂੰ ਕਰਦਾ ਹੈ, ਕਹਿੰਦੇ ਫਿਰ ਤੂੰ ਮਹਾਨ ਹੋਏਗਾ। ਕਿਉਂਕਿ ਉਸ ਦਰਗਾਹ ਦੇ ਵਿੱਚ ਅਮਲਾਂ ਦੇ ਨਵੇੜੇ ਹੁੰਦੇ ਆ, ਸੱਚ ਦੇ ਨਵੇੜੇ ਹੁੰਦੇ ਆ। ਜਿਹਦੇ ਅਮਲ, ਜਿਹਦੇ ਕਰਮ ਚੰਗੇ ਹੋਣਗੇ ਉਹ ਚੰਗਾ ਗਿਣਿਆ ਜਾਂਦਾ ਏ। ਤਸਬੀ ਸਾਤਿਸ ਭਾਵ ਸੇ। ਸ਼ਬਦ ਦੀ ਸਮਾਪਤੀ ਕਰਦੇ ਪਾਤਸ਼ਾਹ ਕਹਿੰਦੇ ਆ ਤਸਬੀ ਸਾਤਿਸ ਭਾਵ ਸੀ, ਕਿਉਂਕਿ ਮੁੱਲਿਆਂ ਨੇ ਤਸਬੀਆਂ ਪਾਈਆਂ। ਸਨਾਤਨ ਮਤ ਹਿੰਦੂ ਧਰਮ ਵਾਲੇ ਮਾਲਾ ਕਹਿੰਦੇ ਆ, ਰੁਦਰਾਕਸ਼ ਹੋ ਗਈ, ਕੰਠੀ ਹੋ ਗਈ। ਪਰ ਸਨਾਤਨ ਮਤ ਤੋਂ ਬਾਹਰ ਆਈਏ, ਇਸਲਾਮ ਵਾਲੇ ਇਸ ਮਾਲਾ ਨੂੰ ਕਹਿੰਦੇ ਜਿਹੜੀ ਉਹਨਾਂ ਦੀ ਹੁੰਦੀ ਉਹਨੂੰ ਕਹਿੰਦੇ ਤਸਬੀਹ। ਉਹਨਾਂ ਦੀ ਮਾਲਾ ਨੂੰ ਤਸਬੀਹ ਕਿਹਾ ਜਾਂਦਾ ਹੈ, ਮਨ ਕਿ ਉਹਦੇ ਵੀ 108 ਹੁੰਦੇ। ਮਰਦ ਕਹਿੰਦੇ ਤਸਬੀਹ ਸਾਤ ਇਸ ਭਾਵ ਸੀ, ਮਾਲਾ ਉਹਨਾਂ ਨੂੰ ਪਾਉਂਦੀ ਹੈ ਜਿਨ੍ਹਾਂ ਦੇ ਪੱਲੇ ਕੱਖ ਹੈ। ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ, ਓਏ ਹਰ ਕੇ ਸੰਤ ਨਾਖੀ ਹੈ ਬਨਾਰਸ ਕੇ ਠੱਗ। ਕਿਹਨਾਂ ਨੂੰ ਕਿਹਾ? ਗਲੇ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥਨ ਬੱਗ। ਕਹਿੰਦੇ ਜਿਨ੍ਹਾਂ ਦੇ ਗਲ ਵਿੱਚ ਮਾਲਾ, ਹੱਥ ਵਿੱਚ ਮਾਲਾ, ਨਾਮ ਜਪਿਆ ਕਦੇ ਨਹੀਂ, ਭਲਾ ਮੰਗਿਆ ਕਦੇ ਨਹੀਂ, ਕਹਿੰਦੇ ਉਹ ਤੇ ਸਦਾ ਹੀ ਠੱਗ ਨੇ। ਆਖੋ ਸਤਿਨਾਮ। ਪਰ ਇੱਕ ਵਚਨ ਇਹ ਵੀ ਕਹਿਤਾ, ਕਹਿੰਦੇ ਚੰਗੇ ਕੌਣ ਨੇ? ਤਸਬੀਹ ਸਾਤ ਇਸ ਭਾਵ ਸੀ। ਉਹਨਾਂ ਕੋਲ ਮਾਲਾ ਸ਼ੋਭਾ ਦਿੰਦੀ ਹੈ, ਤਸਬੀਹ ਉਹਨਾਂ ਦੇ ਗਲੇ ਵਿੱਚ ਸਦਾ ਚੰਗੀ ਲੱਗਦੀ ਹੈ। ਨਾਨਕ ਰੱਖੇ ਲਾਜ। ਨਾਨਕ
ਰੱਖੈ ਲਾਜ। ਜਿਹਨੇ ਆਪਣੇ ਧਰਮ ਦੀ ਲਾਜ ਰੱਖੀ, ਜਿਹਨੇ ਧਰਮ ਨੂੰ ਵੱਡਾ ਮੰਨਿਆ ਨਾ, ਧਰਮ ਨੇ ਉਹਦੀ ਲਾਜ ਰੱਖੀ ਹੈ, ਉਹਦੇ ਗਲ ਵਿੱਚ ਪਾਈ ਹੋਈ ਮਾਲਾ ਪੂਜਨੀ ਕਾ ਖੋ ਸਤਨਾਮ। ਇੱਕ ਬੰਦਾ ਗਲ 'ਚ ਮਾਲਾ ਪਾਈ ਫਿਰਦਾ, ਹੱਥ 'ਚ ਪਾਈ ਫਿਰਦਾ, ਕਦੇ ਨਾਮ ਨਹੀਂ ਜਪਿਆ, ਸਿਰਫ ਲੋਕ ਦਿਖਾਵਾ, ਭਲਾ ਕਰੂ ਕਿਸੇ ਦਾ? ਇੱਕ ਬੰਦਗੀ ਕਰਦਾ ਹੈ, ਨਾਮ ਜਪਦਾ ਹੈ, ਉਹਦਾ ਔਰਾ ਐਸਾ, ਹੱਥ 'ਚ ਮਾਲਾ ਸਿਮਰਨਾ ਪਾਇਆ ਹੈ, ਗਲ ਵਿੱਚ ਪਾਇਆ ਹੈ, ਉਹ ਪਖੰਡ ਨਹੀਂ ਲੱਗਦਾ, ਉਹ ਪ੍ਰਭਾਵ ਪਾਉਂਦਾ ਹੈ। ਕਿਉਂਕਿ ਤਸਬੀ ਸਾਤ ਇਸ ਭਾਵਸੀ, ਸਾਹਿਬ ਕਹਿੰਦੇ ਉਹ ਪਾਉਂਦੀ ਹੈ, ਪਾ ਰਹੀ ਹੈ, ਉਹ ਚੰਗੀ ਲੱਗਦੀ ਹੈ ਖੁਦਾ ਨੂੰ। ਕਿਉਂਕਿ ਜਿਨ੍ਹਾਂ ਨੇ ਜਪਿਆ ਏ ਦੋਹਰਾ ਲੁਕਨ ਦੀਨ ਕਾਜੀ ਹੁਤੋ, ਸੁਣ ਸੋ ਬੈਨ ਆਲਾਏ, ਮਾਨਤ ਹੋ ਕਹਿੰਦੋ ਨਹੀਂ, ਪੈਗੰਬਰ ਜੀ ਖੁਦਾਏ। ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਇਹਨਾਂ ਸਾਰੇ ਕਾਜ਼ੀਆਂ ਦੇ ਵਿੱਚੋਂ ਇੱਕ ਕਾਜ਼ੀ ਸੀ ਜਿਹਦਾ ਨਾਮ ਸੀ ਰੁਕਨਦੀਨ। ਗੁਰੂ ਨਾਨਕ ਸਾਹਿਬ ਜੀ ਨਾਲ ਮੱਕੇ ਵਿੱਚ ਗੋਸ਼ਟ ਹੋਈ ਹੈ ਕਾਜ਼ੀ ਰੁਕਨਦੀਨ ਦੀ, ਜਿਹਦੇ ਵਿੱਚੋਂ ਆਪ ਜੀ ਕਈ ਸ਼ਬਦ ਪੜ੍ਹਦੇ ਹੋ, ਨਸੀਹਤਨਾਮੇ ਵਰਗੇ ਬਚਨ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਮੈਂ ਤੁਹਾਡੇ ਬਚਨ ਸੁਣ ਲਏ, ਠੀਕ ਹੈ, ਕੀ ਤੁਸੀਂ ਪੈਗੰਬਰ ਸਾਹਿਬ ਨੂੰ ਮੰਨਦੇ ਹੋ? 100 ਦੀ ਇੱਕ ਵੀ ਜੇ ਤੇ ਮੁਸਲਮਾਨ ਹੋ ਤੇ ਪੈਗੰਬਰ ਨੂੰ ਮੰਨੋਗੇ, ਕੋਈ ਹਿੰਦੂ ਵੀਰ ਆ ਰਾਮ ਤੇ ਕ੍ਰਿਸ਼ਨ ਜੀ ਨੂੰ ਮੰਨੇਗਾ, ਸਿੱਖ ਆ ਤੇ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਹੈ। ਸੁਭਾਵਿਕ ਕਿ ਸਵਾਲ ਹੈ। ਬੋਧੀ ਆ ਤੇ ਬੁੱਧ ਧਰਮ ਤੋਂ, ਮਹਾਤਮਾ ਬੁੱਧ ਤੋਂ ਪ੍ਰਭਾਵਿਤ ਹੋਏਗਾ। ਕਹਿੰਦਾ ਮੰਨਿਆ ਤੁਸੀਂ ਬਚਨ ਸੁਣਾਇਆ, ਬੜਾ ਸੋਹਣਾ ਸੁਣਾਇਆ ਹੈ। ਰੁਕਨਦੀਨ ਜੋ ਮੁਖੀਆ ਹੈ, ਚੀਫ ਹੈ ਇਹਨਾਂ ਦਾ, ਕਹਿੰਦਾ ਕਿਰਪਾ ਕਰਕੇ ਦੱਸੋ ਵੀ ਤੁਸੀਂ ਪੈਗੰਬਰ ਸਾਹਿਬ ਨੂੰ ਮੰਨਦੇ ਹੋ? ਇਸਲਾਮ 'ਚ ਬੜੇ ਨਬੀ ਹੋਏ ਆ, ਪਰ ਸਾਰਿਆਂ ਤੋਂ ਵੱਡੇ ਪੈਗੰਬਰ ਈਸਾ, ਪੈਗੰਬਰ ਮੂਸਾ, ਇਹ ਇਸਲਾਮ ਦੇ ਹੀ ਆ ਸਾਰੇ। ਇਹਨਾਂ ਦੇ ਵਿੱਚੋਂ ਮੁਹੰਮਦ ਸਾਹਿਬ ਹੋ ਗਏ, ਜਿਨ੍ਹਾਂ ਦੇ ਬਹੁਤ ਜ਼ਿਕਰ ਆਉਂਦੇ ਆ, ਕਿਉਂਕਿ ਹਜ਼ਾਰਾਂ ਪੈਗੰਬਰ ਹੋਏ ਆ, ਇੱਕ ਅੱਧਾ ਨਹੀਂ ਹੈ। ਪਰ ਮੁਖੀ ਕੌਣ ਨੇ? ਪੈਗੰਬਰ ਮੁਹੰਮਦ ਸਾਹਿਬ। ਜਦੋਂ ਗੁਰੂ ਸਾਹਿਬ ਨੂੰ ਉਹਨਾਂ ਸਵਾਲ ਕੀਤਾ ਨਾ ਵੀ ਤੁਸੀਂ ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਕਿਹੜੇ ਪੈਗੰਬਰ ਨੂੰ ਮੰਨਦੇ ਹੋ, ਕਿਸ ਪੈਗੰਬਰ ਦੀ ਪੂਜਾ ਕਰਦੇ ਹੋ? ਕਿਉਂਕਿ ਇਸਲਾਮ ਦੇ ਵਿੱਚ ਪੈਗੰਬਰ ਨੂੰ ਵੱਡਾ ਮੰਨਿਆ ਜਾਂਦਾ ਹੈ। ਜੋ ਖੁਦਾ ਦਾ ਪੈਗਾਮ ਲੈ ਕੇ ਆਉਂਦਾ ਹੈ, ਮੁਹੰਮਦ ਸਾਹਿਬ ਦੀ ਪੂਜਾ ਕਰਦੇ, ਵੱਡਾ ਮੰਨਦੇ ਆਪਣਾ। ਸਤਿਗੁਰਾਂ ਨੂੰ ਨੇ ਸਵਾਲ ਕੀਤਾ ਤੇ ਸੁਣ ਕੇ ਮਹਾਰਾਜ ਉੱਚੀ ਉੱਚੀ ਮੁਸਕਰਾਏ ਹਨ। ਸਵਈਆ ਸ਼੍ਰੀ ਗੁਰੂ ਨਾਨਕ ਬੈਨ ਭਨੇ, ਦਰਬਾਰ ਖੁਦਾਏ ਕੇ ਕਿਤੇ ਅਗਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਹੜਾ ਪੈਗੰਬਰ, ਸ਼ਬਦ ਵਰਤਿਆ ਕਿਹੜਾ, ਕੀ ਤੋਹੀਨ ਹੈ, ਕੀ ਇਹ ਨਰਾਦਰ ਹੈ? ਨਹੀਂ ਹੋ ਸਕਦਾ ਸਾਡੀ ਸੋਚ ਦੇ ਮੁਤਾਬਕ ਨਰਾਦਰ ਹੋਵੇ, ਕਿਉਂਕਿ ਸਾਡੀ ਸੋਚ ਇੱਥੇ ਤੱਕ ਹੀ ਹੈ, ਬਲੌਕ ਹੈ, ਅੱਗੇ ਨਹੀਂ ਸੋਚ। ਗੁਰੂ ਸਾਹਿਬ ਕਹਿੰਦੇ ਉਸ ਖੁਦਾ ਦੇ ਦਰਬਾਰ ਵਿੱਚ ਪਤਾ ਨਹੀਂ ਇਹੋ ਜਿਹੇ ਕਿੰਨੇ ਕੁ ਪੈਗੰਬਰ ਹੱਥ ਜੋੜੀ ਖੜੇ ਆ, ਸਤਨਾਮ ਕੋਈ ਪਤਾ ਨਹੀਂ, ਕਿਤੇ ਤੇਰੇ ਬਾਵਣ ਹਾਰੇ। ਸੋਦਰ ਪੜ੍ਹਦੇ ਅੱਜ ਪੜ੍ਹਿਓ, ਜਦੋਂ ਸ਼ਾਮ ਦਾ ਵੇਲਾ ਹੋਊਗਾ ਨਾ, ਵਿਚਾਰ ਕੇ ਪੜ੍ਹਿਓ, ਇੱਕ ਇੱਕ ਗੱਲ ਸਮਝ ਆਊਗੀ। ਤੇ ਸੋਦਰ ਦੀ ਬਾਣੀ 'ਚ ਅੱਗੇ ਜਾ ਕੇ ਮਰਦ ਕਹਿੰਦੇ ਆ, ਨਾਨਕ ਪਾਤਸ਼ਾਹ, ਪਾਤਸ਼ਾਹੋ ਪਾਤਸ਼ਾਹ। ਗੁਰੂ ਸਾਹਿਬ ਕਹਿੰਦੇ ਆ ਵੀ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਏ, ਪਤਾ ਨਹੀਂ ਕਿੰਨੇ ਕੁ ਪੈਗੰਬਰ ਉਹਦੇ ਰਾਜ ਖੜੇ ਨੇ, ਆਖੋ ਸਤਨਾਮ। ਦਰਬਾਰ ਵੀ ਨਹੀਂ, ਦਰਬਾਰ ਤੋਂ ਬਾਹਰ ਕਿੰਨੇ ਪੈਗੰਬਰ ਖੜਦੇ ਨੇ। ਹਾਥ ਸੋ ਬਾਂਦੇ ਖਰੇ ਹੈ ਪੈਗੰਬਰ, ਕਿਤੇ ਹੈ ਪੀਰ ਉਹ ਸਿੱਖ ਸਲਾਰੇ। ਭਾਈ ਪਤਾ ਨਹੀਂ ਕਿੰਨੇ ਪੀਰ, ਕਿੰਨੇ ਪੈਗੰਬਰ, ਕਿੰਨੇ ਸ਼ੇਖ, ਕਿੰਨੇ ਸਲਾਰ ਉਹ ਰੱਬ ਦੇ ਘਰ ਅੱਗੇ ਹੱਥ ਜੋੜੀ ਖੜੇ ਆ। ਕਿਹੜੇ ਪੈਗੰਬਰ ਦੀ ਗੱਲ ਕਰਦੇ? ਕੋਈ ਇੱਕ ਦੱਸੋ, ਕਿਉਂਕਿ ਗੁਰੂ ਸਾਹਿਬ ਨੇ ਲੱਖਾਂ ਦਾ ਜ਼ਿਕਰ ਕੀਤਾ ਹੈ। ਬਾਣੀ ਪੜ੍ਹਦੇ ਉਹਨਾਂ ਨੇ, ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ, ਸਹਿਸ 18 ਹੈ ਕਹਿਨ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਆ ਲਿਖੈ ਹੋਏ ਵਿਨਾਸ਼। ਇਹ 'ਚ ਕੀ ਕਹਿ ਗਏ ਮਰਦ? ਸਹਿਸ 18 ਕਹਿਨ ਕਤੇਬਾ। 18 ਪੁਰਾਣ ਕਤੇਬਾਂ ਇਸਲਾਮ ਦੀਆਂ ਹੁੰਦੀਆਂ, ਕੁਰਾਨ, ਤੋਰੇਤ, ਜ਼ਬੂਰ, ਅੰਜ਼ੀਲ, ਇਹ ਨੇ ਇਸਲਾਮ ਦੀਆਂ ਕਤੇਬਾਂ। ਮਰਦ ਕਹਿੰਦੇ ਹਜ਼ਾਰਾਂ ਹੀ ਨੇ, ਰੱਬ ਦੇ ਗੁਣ ਗਾਉਂਦੀਆਂ ਨੇ। ਲੱਖਾਂ ਪੈਗੰਬਰ
ਰੱਬ ਦੇ ਰਾਹ ਤੇ ਖੜੇ ਨੇ, ਮਿਲਣ ਵਾਸਤੇ ਤਰਸਦੇ ਨੇ। ਕਿਸੇ ਨੂੰ ਇੱਕ ਝਲਕ ਮਿਲੀ, ਕਿਸੇ ਨੂੰ ਮਿਲੀ ਨਹੀਂ। ਪੈਗੰਬਰ ਹੋਣਾ, ਰੱਬ ਹੋਣਾ ਜ਼ਰੂਰੀ ਹੈ। ਮੰਨ ਲਓ ਇੱਕ ਮਾਲਕ ਹੈ, ਇੱਕ ਮਾਲਕ ਦਾ ਭੇਜਿਆ ਚਿੱਠੀ ਪੱਤਰ, ਡਾਕੀਆ ਲੈ ਕੇ ਚੱਲਿਆ। ਹੁਣ ਚਿੱਠੀ ਜੇ ਡਾਕੀਆ ਲੈ ਕੇ ਆ ਗਿਆ ਤੇ ਡਾਕੀਆ ਮਾਲਕ ਥੋੜੀ ਹੋ ਗਿਆ। ਉੱਥੇ ਇੱਕ ਹਲਕਾਰ ਆਏ, ਉਹਨੂੰ ਕਹਿੰਦੇ ਅਸੀਂ ਪਰਵਾਨਾ ਭੇਜਿਆ, ਸੱਦਾ ਪੱਤਰ ਭੇਜਿਆ। ਪੈਗੰਬਰ ਲੋਕ, ਪੈਗੰਬਰ ਦਾ ਅਰਥ ਹੁੰਦਾ ਪੈਗਾਮ ਲੈ ਕੇ ਆਏ ਰੱਬ ਦਾ, ਪਰ ਰੱਬ ਨਹੀਂ ਹਾਨਾ ਕੋ ਸਦਨਾਮ। ਪਰ ਕਹਿੰਦੇ ਪਤਾ ਨਹੀਂ ਕਿੰਨੇ ਪੈਗੰਬਰ ਤੁਰੇ ਫਿਰਦੇ, ਭਾਈ ਕਿਹੜੇ ਪੈਗੰਬਰ ਦਾ ਜ਼ਿਕਰ ਕਰਦੇ ਹੋ? ਰੱਬ ਦੇ ਘਰ ਅੱਗੇ ਹੱਥ ਜੋੜੀ ਖੜੇ ਨੇ, ਤਰਲੇ ਮਿੰਨਤਾਂ ਕਰਦੇ ਨੇ। ਕੀਤੇ ਆਹੇ ਸਿਕਦਾਰ ਤਹਾਂ, ਤਿੰਨ ਕੌਣ ਗਿਣੈ ਗਿਣਤੀ ਤਿੰਨ ਭਾਰੇ। ਭਾਈ ਕੌਣ ਗਿਣਤੀ ਕਰੂਗਾ? ਉੱਥੇ ਕਿੰਨੇ ਸਿਕਦਾਰ, ਜ਼ਮੀਨਾਂ ਦੇ ਮਾਲਕ, ਰਾਜੇ ਮਹਾਰਾਜੇ, ਧਰਮੀ ਰਾਜਿਆਂ ਦਾ ਜ਼ਿਕਰ ਆ ਰਿਹਾ ਇੱਥੇ। ਕਹਿੰਦੇ ਰੱਬ ਦੇ ਰਾਹ ਦੇ ਵਿੱਚ ਹੱਥ ਜੋੜ ਕੇ ਖੜੇ ਨੇ। ਦੱਸੋ ਜ਼ਿਕਰ ਕਿਹਦਾ ਕਰਦੇ? ਅਰਬਾਂ ਖਰਬਾਂ ਲੋਕ ਨੇ। ਪਰਮਾਤਮਾ ਕਿੱਡਾ ਹੋਊਗਾ ਜੀ, ਜਿਹਦੇ ਬਣਾਏ ਖੰਡ ਬ੍ਰਹਿਮੰਡ, ਅਜੇ ਤੇ ਨਾਸਾ ਵਰਗਿਆਂ ਨੇ ਕੰਮ ਸ਼ੁਰੂ ਕੀਤਾ। ਆ ਧਰਤੀ ਦੇ ਸਮੁੰਦਰਾਂ ਬਾਰੇ ਅੱਜ ਦੀ ਸਾਇੰਸ ਸਿਰਫ 3% ਜਾਣਦੀ ਹੈ, ਬਾਕੀ ਕੁਝ ਵੀ ਨਹੀਂ ਪਤਾ। 97 ਤੋਂ ਉੱਪਰ ਕਿਸੇ ਨੂੰ ਕੱਖ ਨਹੀਂ ਪਤਾ। ਸਪੇਸ ਦੀ ਗੱਲ ਕਰੀਏ, ਸਪੇਸ ਬਾਰੇ ਅਸੀਂ ਕਿੰਨਾ ਜਾਣਦੇ ਆ? -0 ਮਾਈਨਸ ਫਿਰ ਪਲੱਸ, ਸਿਰਫ ਇੰਨਾ ਕੁ ਜਾਣਦੇ ਆ, ਇਹ ਤੋਂ ਵੱਧ ਨਹੀਂ ਆ। ਕਰੋੜਾਂ ਬ੍ਰਹਿਮੰਡ, ਲੱਖਾਂ ਗਲੈਕਸੀਆਂ, ਕਰੋੜਾਂ, ਜਿਨ੍ਹਾਂ ਦਾ ਜ਼ਿਕਰ ਹੀ ਕੋਈ ਨਹੀਂ। ਸਾਡੀ ਕੀ ਪਹੁੰਚ ਹੈ? ਕੱਖ ਵੀ ਨਹੀਂ। ਅਜੇ ਤੱਕ ਤੇ ਮਨੁੱਖ ਪੂਰੀ ਧਰਤੀ ਐਕਸਪਲੋਰ ਨਹੀਂ ਕਰ ਸਕਿਆ, ਇਹਦੇ ਬਾਰੇ ਨਹੀਂ ਜਾਣ ਸਕਿਆ, ਕੁਦਰਤ ਬਾਰੇ ਨਹੀਂ ਜਾਣ ਸਕਿਆ। ਕਿੰਨੇ ਜੀਵ ਜੰਤੂ, ਕਿੰਨੇ ਰੁੱਖ ਅੱਜ ਹਜ਼ਾਰਾਂ ਸਾਲਾਂ ਬਾਅਦ ਵੀ ਸਾਡੇ ਸਾਹਮਣੇ ਆਉਂਦੇ। ਅਸੀਂ ਕਹਿੰਦੇ ਨਵਾਂ ਪਲਾਂਟ ਹੈ, ਨਵਾਂ ਜੀਵ ਹੈ, ਨਵਾਂ ਪੰਛੀ ਹੈ। ਕਿਸੇ ਨੇ 80 ਸਾਲਾਂ 'ਚ ਨਹੀਂ ਵੇਖਿਆ, ਕਿਸੇ ਨੇ 100 ਸਾਲਾਂ 'ਚ ਨਹੀਂ ਵੇਖਿਆ। ਅੱਜ ਵੀ ਬੜਾ ਕੁਝ ਇੱਥੇ ਅਜੂਬਾ ਹੈ। ਬ੍ਰਹਿਮੰਡ ਬਾਰੇ ਅਸੀਂ ਕੀ ਜਾਣਾਂਗੇ? ਗੁਰੂ ਸਾਹਿਬ ਉਹੀ ਗੱਲ ਕਰਦੇ ਆ, ਕਹਿੰਦੇ ਭਾਈ ਪਤਾ ਨਹੀਂ ਕਿੰਨੇ ਪੈਗੰਬਰ ਈਸਾ ਮੂਸਾ ਉਸ ਰੱਬ ਦੇ ਘਰੇ ਹੱਥ ਜੋੜ ਕੇ ਪੁਕਾਰਾਂ ਕਰਦੇ ਨੇ। ਜਿਉ ਹਦੂਰ ਖੁਦਾਏ ਰਹੈ, ਤਿੰਨ ਕੋ ਨ ਸਕੈ ਕਰ ਕੋ ਹਟਕਾਰੀ। ਭਾਈ ਜਿਹੜੇ ਉਸ ਖੁਦਾ ਦੇ ਦਰਬਾਰ ਵਿੱਚ ਰਹਿੰਦੇ ਆ ਨਾ, ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਰੱਬ ਦੇ ਘਰ ਬੈਠਿਆਂ ਨੂੰ ਉਠਾ ਸਕਦਾ ਜੀ? ਰੱਬ ਛੋਟਾ ਕਿਤੇ? ਜਿੰਨੇ ਦੇਵੀ ਦੇਵਤੇ 33 ਕਰੋੜ ਹਨ ਮੰਨੇ ਜਾਂਦੇ ਆ, ਕੋਈ ਵੀ ਦੇਵਤਾ ਰੱਬ ਦੇ ਘਰ ਨਹੀਂ ਜਾ ਸਕਦਾ। ਏਡੀ ਪਹੁੰਚ ਨਹੀਂ, ਸਭ ਆਪਣੀਆਂ ਆਪਣੀਆਂ ਪੁਰੀਆਂ ਤੱਕ ਬੈਠੇ ਆ, ਰੱਬ ਦੇ ਦਰਸ਼ਨਾਂ ਨੂੰ ਤਰਸਦੇ ਆ। ਤੇ ਸਾਨੂੰ ਤੇ ਮਾਣ ਹੋਣਾ ਚਾਹੀਦਾ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਸ ਰੱਬ ਅਕਾਲ ਪੁਰਖ ਨਾਲ ਜੁੜਿਆ ਜੋ ਸਾਰੀ ਹੀ ਸਮੁੱਚਤਾ ਦਾ ਮਾਲਕ ਆਖੋ ਸਤਿਨਾਮ। ਅਸੀਂ ਕਿਸੇ ਪੀਰ ਪੈਗੰਬਰ ਦੇਵੀ ਦੇਵਤੇ ਦੇ ਉਪਾਸ਼ਕ ਨਹੀਂ ਆ। ਅਸੀਂ ਪਤਾ ਕਿਹਦੇ ਉਪਾਸ਼ਕ ਆ? ਇੱਕ ਦੇ, ਓੰਕਾਰ ਦੇ, ਅਕਾਲ ਪੁਰਖ ਦੇ, ਜੋ ਸਾਰਿਆਂ ਦਾ ਹੀ ਸਾਂਝਾ ਹੈ। ਉਹ 'ਚ ਕੋਈ ਜਾਤ ਨਹੀਂ, ਕੋਈ ਧਰਮ ਨਹੀਂ। ਅਕਾਲ ਪੁਰਖ ਦੱਸੋ ਕਿਹਦਾ ਨਹੀਂ? ਦੁਨੀਆ ਦਾ ਕਿਹੜਾ ਧਰਮ ਜਿਹੜਾ ਰੱਬ ਨੂੰ ਨਹੀਂ ਮੰਨਦਾ? ਸਭ ਉਸ ਪਰਮਾਤਮਾ ਨੂੰ ਮੰਨਦੇ ਆ। ਤੇ ਗੁਰੂ ਨਾਨਕ ਸਾਹਿਬ ਦਾ ਗੁਰੂ ਵੀ ਉਹ ਅਕਾਲ ਪੁਰਖ ਹੈ, ਉਹ ਪਰਮਾਤਮਾ ਹੈ। ਮਰਦ ਨੇ ਕੋਈ ਹੇਰ ਫੇਰ ਨਹੀਂ ਰੱਖੀ। ਜਿਸ ਅਕਾਲ ਪੁਰਖ ਨੂੰ ਆਪ ਮੰਨਦੇ ਸਾਨੂੰ ਉਸੇ ਨਾਲ ਜੁੜਦਾ। ਕਹਿੰਦੇ ਸਿੱਖਾ ਇੱਕ ਓੰਕਾਰ ਦਾ ਜਾਪ ਕਰਿਆ ਕਰ। ਗੁਰਬਾਣੀ ਦੀ ਆਰੰਭਤਾ ਇੱਕ ਤੋਂ ਹੁੰਦੀ ਹੈ, ਜੋ ਸਾਰੀ ਮਨੁੱਖਤਾ ਦਾ, ਸ੍ਰਿਸ਼ਟੀ ਦਾ, ਬ੍ਰਹਿਮੰਡ ਦਾ ਮਾਲਕ। ਗੁਰੂ ਸਾਹਿਬ ਕਹਿੰਦੇ ਮੁੱਲਾ ਜੀ, ਕਿਹੜੇ ਪੈਗੰਬਰ ਦਾ ਜ਼ਿਕਰ ਤੁਸੀਂ ਕਰ ਰਹੇ ਹੋ? ਉਸ ਰੱਬ ਅੱਲਾ ਦੇ ਘਰ ਦੇ ਵਿੱਚ ਪੈਗੰਬਰਾਂ ਦੀ ਗਿਣਤੀ ਕੋਈ ਨਹੀਂ। ਦੋਹਰਾ ਜਿਨਹਿ ਖੁਦਾਏ ਵਿਸਾਰਿਓ, ਆਵਹਿ ਤਿਨ ਕੇ ਹੇਤ, ਭਲੋ ਪੰਥ ਦਿਖਰਾਏ ਕੈ, ਜਾਵਹਿ ਆਪਨ ਨਕੇਤ। ਬਸ ਪੈਗੰਬਰਾਂ ਤੇ ਪੀਰਾਂ ਦਾ ਕੰਮ ਇੰਨਾ ਹੀ ਹੁੰਦਾ ਏ। ਭੁੱਲੀ ਹੋਈ ਮਨੁੱਖਤਾ ਜੋ ਰੱਬ ਨੂੰ ਵਿਸਾਰੀ ਫਿਰਦੀ ਹੈ, ਉਹਦੇ ਕੋਲ ਪੈਗਾਮ ਲੈ ਕੇ ਆਉਂਦੇ ਆ, ਭਾਈ ਚੰਗੇ ਕੰਮ ਕਰ, ਰੱਬ ਨੂੰ ਜਪ। ਕਹਿੰਦੇ ਉਹ ਆਪਣਾ ਚਿੱਠੀ ਪੱਤਰ ਪੈਗਾਮ ਸੁਨੇਹਾ ਦੇ ਕੇ ਜਿੱਥੋਂ ਆਉਂਦੇ ਉਸੇ ਦੀ ਦਰਗਾਹ ਚਲੇ ਜਾਂਦੇ ਆ। ਇਸ ਲਈ ਕੋਈ ਪੈਗੰਬਰ ਸਥਿਰ ਨਹੀਂ ਹੈ, ਕਿਸੇ ਨੇ ਸਦਾ ਨਹੀਂ ਰਹਿਣਾ। ਅਬ ਤੁਮ ਰਹਾ ਪਿਕੰਬਰੇ, ਭੂਲ ਗਏ ਮਤ ਮੰਦ। ਗੁਰੂ ਸਾਹਿਬ ਕਹਿੰਦੇ ਓਏ ਮੰਦੀ ਮਤ ਵਾਲਿਓ, ਜੀਵਨ ਵੀ ਉੱਥੇ ਬੈਠਾ ਸੀ ਜਿਹੜਾ ਸਤਿਗੁਰਾਂ ਨੂੰ ਕਾਫਰ 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 ਕਹਿੰਦਾ ਸੀ। ਹੁਣ ਗੁਰੂ ਬਾਬਾ ਜੀ ਨੇ ਸਾਰਿਆਂ ਨੂੰ ਕਿਹਾ, ਕਹਿੰਦੇ ਮਤ ਤੋਂ ਭਟਕੇ ਫਿਰਦੇ ਹੋ, ਭੁੱਲੇ ਫਿਰਦੇ ਹੋ,
ਪੈਗੰਬਰ ਪੈਗੰਬਰ ਕਰਦੇ ਫਿਰਦੇ ਹੋ। ਪੈਗੰਬਰ ਸਾਹਿਬ ਦੀ ਤੇ ਤੁਸੀਂ ਇੱਕ ਵੀ ਨਾ ਮੰਨੀ। ਆਖੋ ਸਤਿਨਾਮ। ਜੋ ਪੈਗੰਬਰਾਂ ਨੇ ਕਿਹਾ ਮੰਨਿਆ ਕਿਸੇ? ਅਸੀਂ ਜਿਹਨੂੰ ਮਰਜ਼ੀ ਪੁੱਛੋ, ਮੈਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਤੇ ਗੁਰਦੁਆਰੇ ਨੂੰ ਮੰਨਦਾ, ਮੈਂ ਗੁਰੂ ਨਾਨਕ ਸਾਹਿਬ। ਸੱਚੀ ਦੱਸਿਓ ਜੀ, ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਸੀਂ ਕਿੰਨੇ ਕੁ ਜਣੇ ਮੰਨ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਸੀਂ ਕਿੰਨੇ ਕੁ ਮੰਨਦੇ ਆ? ਕੱਲੀਆਂ ਫੋਟੋਆਂ ਦੇ ਨਾਲ, ਧਰਮ ਦੀਆਂ ਗੱਲਾਂ ਕਰਿਆ ਨਾਲ ਕੀ ਸਿੱਖ ਹੋ ਜਾਾਂਗੇ ਜਾਂ ਧਰਮੀ ਹੋ ਜਾਾਂਗੇ? ਨਹੀਂ, ਬਾਣੀ ਪੜ੍ਹਨੀ ਪੈਣੀ ਹੈ, ਗੁਰਬਾਣੀ ਦੀ ਵਿਚਾਰ ਸੁਣਨੀ ਪੈਣੀ ਹੈ, ਕੀਰਤਨ ਸੁਣਨਾ ਪੈਣਾ, ਸੇਵਾ ਸਿਮਰਨ ਕਰਨਾ ਪੈਣਾ, ਤਾਂ ਗੱਲ ਬਣਦੀ ਹੈ। ਗੁਰੂ ਬਾਬਾ ਜੀ ਦੇ ਬਚਨਾਂ ਨੂੰ ਸੁਣ ਕੇ ਕਹਿੰਦੇ ਸੁੰਨ ਸਾਂਝੇ ਹੋ ਗਏ, ਕਿਸੇ ਨੂੰ ਜਵਾਬ ਸੁਝਦਾ ਨਹੀਂ। ਅਬ ਤੁਮਰਾ ਪਿਕੰਬਰੇ ਭੂਲ ਗਏ ਮਤ ਮੰਦ, ਪਖਬਾਦ ਔਰ ਮੈਂ ਤਰਿਓ ਜਾਹੋ ਨਰਕ ਜਮ ਫੰਦ। ਸਾਹਿਬ ਕਹਿੰਦੇ ਤੁਸੀਂ ਪੈਗੰਬਰਾਂ ਦੇ ਰਾਹ ਤੇ ਪੈ ਕੇ ਨਾ ਰੱਬ ਦਾ ਮਿਸ਼ਨ ਭੁੱਲ ਗਏ, ਧਰਮਾਂ ਦੀ ਲੜਾਈ 'ਚ ਪੈ ਗਏ। ਸੱਚੀ ਅੱਜ ਜੇ ਵੇਖਿਆ ਜਾਏ ਨਾ, ਦੁਨੀਆ ਧਰਮਾਂ ਪਿੱਛੇ ਲੜੀ ਹੁੰਦੀ ਹੈ। ਧਰਮ ਕੋਈ ਮਾੜਾ ਨਹੀਂ, ਧਰਮ ਤੇ ਇੱਕ ਪੌੜੀ ਹੈ, ਰੱਬ ਦੇ ਘਰ ਜਾਣ ਦਾ ਰਸਤਾ ਏ। ਕੋਈ ਕਿਸੇ ਧਰਮ ਨਾਲ ਜੁੜਿਆ ਉਹਨੂੰ ਮੁਬਾਰਕ ਹੈ ਭਾਈ। ਆਪਣੇ ਆਪਣੇ ਧਰਮ 'ਚ ਪੱਕੇ ਹੋਵੋ, ਦੂਜੇ ਧਰਮ ਦੀ ਬੁਰਾਈ ਨਾ ਕਰੋ, ਦੂਜੇ ਦੀ ਨਿੰਦਿਆ ਨਾ ਕਰੋ। ਸਾਹਿਬ ਕਹਿੰਦੇ ਤੁਸੀਂ ਆਪਣੇ ਰਾਹ ਤੋਂ ਭੁੱਲ ਗਏ, ਪੈਗੰਬਰਾਂ ਨੂੰ ਯਾਦ ਕਰਦੇ ਰਹੇ, ਪਰ ਪੈਗੰਬਰਾਂ ਦੀ ਇੱਕ ਵੀ ਗੱਲ ਚੇਤੇ ਨਾ ਰੱਖੀ। ਆਖੋ ਸਤਿਨਾਮ। ਦੱਸੋ ਤੁਹਾਡੇ ਕੋਲ ਕੀ ਹੈ? ਰੁਕਨਦੀਨ ਕਾਜ਼ੀ ਜਿਹੜਾ ਆਇਆ ਸੀ ਫਤਵਾ ਸੁਣਾਉਣ ਵਾਸਤੇ, ਸ਼ਰਮਿੰਦਾ ਜਾ ਹੋ ਕੇ ਬਹਿ ਗਿਆ ਵੀ ਗੱਲਾਂ ਤੇ ਸੱਚੀਆਂ ਕਰਦੇ ਆ, ਗੱਲਾਂ ਤੇ ਫਿਰ ਪੋਲਾਂ ਖੋਲਦੀਆਂ ਨੇ। ਪਰ ਗੁਰੂ ਬਾਬਾ ਜੀ ਕਹਿੰਦੇ ਮੱਤ ਤੁਹਾਡੀ ਮਾੜੀ ਹੈ, ਪੈਗੰਬਰ ਮਾੜਾ ਨਹੀਂ। ਬਾਣੀ ਸਾਹਿਬ ਕਹਿੰਦੀ ਹੈ, ਗੁਰੂ ਸਾਹਿਬ ਕਹਿੰਦੇ ਆ, ਵੇਦ ਕਤੇਬ ਕਹੋ ਮਤ ਝੂਠੇ। ਝੂਠਾ ਲਿਆਉਣਾ ਵਿਚਾਰੇ। ਕਹਿੰਦੇ ਵੇਦ ਗ੍ਰੰਥ ਧਾਰਮਿਕ ਕਿਤਾਬਾਂ ਕੋਈ ਝੂਠੀਆਂ ਨੇ। ਝੂਠਾ ਤੇ ਉਹ ਬੰਦਾ ਜਿਹਨੇ ਕਦੇ ਪੜ੍ਹਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਐਵੇਂ ਮੂੰਹ ਚੋਕ ਕੇ ਨਿੰਦਿਆ ਹਰੇਕ ਧਰਮ ਦੀ ਕਰੀ ਜਾਣੀ, ਮਾੜੀ ਗੱਲ ਹੈ। ਕਹਿੰਦੇ ਤੂੰ ਝੂਠਾ ਹੈ, ਜਿਹਨੇ ਅਮਲ ਨਹੀਂ ਕਮਾਇਆ, ਜੀਵਨ ਨਹੀਂ ਕਮਾਇਆ। ਸਤਿਗੁਰਾਂ ਨੇ ਉਹਨਾਂ ਨੂੰ ਬੈਠ ਕੇ ਸਪਸ਼ਟ ਕਿਹਾ ਤੁਸੀਂ ਝੂਠੇ ਹੋ। ਅੱਲਾ ਦੇ ਧਰਮ ਦਾ, ਰੱਬ ਦੇ ਨਾਂ ਦਾ ਤੁਸੀਂ ਦਿਖਾਵਾ ਕਰਦੇ ਹੋ। ਅਬ ਦੇਵੋ ਸਮਝਾਏ ਮੈਂ ਮਾਰਗ ਭਲੋ ਬਤਾਏ। ਉਸ ਵੇਲੇ ਰੁਕਨਦੀਨ ਨੇ ਜਦੋਂ ਵੇਖਿਆ ਵੀ ਗੱਲਾਂ ਸੱਚੀਆਂ ਨੇ, ਕਹਿੰਦਾ ਜੀ ਫਿਰ ਤੁਸੀਂ ਦੱਸ ਦਿਓ। ਗੁਰੂ ਬਾਬਾ ਜੀ ਕਹਿੰਦੇ ਆਓ ਤੁਹਾਨੂੰ ਰਾਹ ਦੱਸੀਏ ਰੱਬ ਦੇ ਘਰ ਦਾ। ਜੀਵਨ ਤੇ ਇਕੱਠਾ ਜਾ ਕੇ ਬਹਿ ਗਿਆ ਵੀ ਮੈਂ ਤੇ ਇੰਨਾ ਕੁਝ ਬੋਲਿਆ, ਮੇਰਾ ਕਿੱਥੇ ਭਲਾ ਹੋਊ, ਮੈਂ ਤੇ ਚਰਨ ਫੜੂ ਇਹਨਾਂ ਦੇ ਬਾਅਦ ਚੋਂ, ਗੱਲਬਾਤ ਮੁੱਕ ਜਾਏ ਮੈਂ ਤੇ ਮੰਗੂ ਮਾਫੀ। ਪਰ ਕਿੱਡੇ ਭਾਗਾਂ ਵਾਲਾ ਹੋਣਾ ਜਿਹਨੇ ਜਾਣੇ ਅਣਜਾਣੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕਰ ਲਿਆ। ਆਖੋ ਸਤਿਨਾਮ। ਵੀ ਛੋਟੇ ਕਰਮ ਹੋਣੇ ਹੁੰਦੇ, ਜਿਹਦਾ ਜ਼ਿਕਰ ਅੱਜ ਇਤਿਹਾਸ ਵਿੱਚ ਆਉਂਦਾ ਗੁਰੂ ਨਾਨਕ ਦੇ ਘਰ 'ਚ ਹੁੰਦਾ ਏ, ਮੁਕਤ ਨਹੀਂ ਹੋਇਆ ਹੋਊਗਾ। ਜਿਹਦੇ ਪਰਥਾਏ ਭਾਈ ਗੁਰਦਾਸ ਲਿਖਦੇ ਆ, ਟੰਗੋ ਪਕੜ ਘੜੀਸਿਆ ਫਿਰਿਆ ਮੱਕਾ ਕਲਾ ਦਿਖਾਰੀ। ਜਿਹਨੇ ਚਰਨ ਫੜ ਕੇ ਮਰਦ ਨੂੰ ਘੜੀਸ ਲਿਆਓ, ਕਿੱਡੇ ਵੱਡੇ ਕਰਮ ਤੇ ਭਾਗ ਹੋਣੇ, ਧਨ ਹੋਣਾ ਭਾਈ ਜੀਵਨ। ਗੁਰੂ ਸਾਹਿਬ ਮਾਰਗ ਦਰਸ਼ਨ ਉਹਨਾਂ ਨੂੰ ਦੇਣ ਲੱਗੇ ਆ, ਰਾਹ ਸਮਝਾਉਣ ਲੱਗੇ ਆ। ਸਤਿਗੁਰਾਂ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।